ਹੈਲੋ एवरीवन। ਅੱਜ ਆਪਾਂ ਇੰਡੀਅਨ ਪੋਲਿਟੀ ਦੀ ਸੀਰੀਜ਼ ਹੈ ਜਿਹੜੀ ਲਕਸ਼ਮੀਕਾਂਤ ਦੀ ਸਮਰੀ ਹੈ ਜਿਹੜੀ ਉਹ ਸਟਾਰਟ ਕਰਾਂਗੇ। ਇੰਡੀਅਨ ਪੋਲਿਟੀ ਨੂੰ ਆਪਾਂ ਦੋ ਪਾਰਟਸ ਦੇ ਵਿੱਚ ਡਿਸਕਸ ਕਰਨਾ ਹੈਗਾ ਹੈ। ਫਸਟ ਆਫ ਆਲ ਐਨਸੀਈਆਰਟੀ ਦੀ ਇੱਕ ਅਲੱਗ ਲਿਸਟ ਦੇਖਾਂਗੇ, ਆਪਾਂ ਅਲੱਗ ਪਲੇਲਿਸਟ ਦੇ ਵਿੱਚ ਪੜਾਂਗੇ ਉਸਨੂੰ, ਐਂਡ ਲਕਸ਼ਮੀਕਾਂਤ ਆਪਾਂ ਅਲੱਗ ਹੈ ਜਿਹੜੀ ਪਲੇਲਿਸਟ ਦੇ ਵਿੱਚ ਪੜਾਂਗੇ। ਠੀਕ ਹੈ ਜੀ। ਤਾਂ ਜਿਹੜੀ ਅੱਜ ਆਪਾਂ ਨੇ ਡਿਸਕਸ ਕਰਨੀ ਹੈਗੀ ਹੈ ਲਕਸ਼ਮੀਕਾਂਤ ਦੀ ਸਮਰੀ, ਅੱਜ ਆਪਾਂ ਡਿਸਕਸ ਕਰਾਂਗੇ ਲਕਸ਼ਮੀਕਾਂਤ ਦੇ ਫਸਟ ਚੈਪਟਰ ਪ੍ਰੀਐਂਬਲ ਤੋਂ। ਨੋ ਡਾਊਟ ਲਕਸ਼ਮੀਕਾਂਤ ਦੀ ਸਟਾਰਟਿੰਗ ਦੇ ਵਿੱਚ ਕੌਨਸਟੀਟਿਊਸ਼ਨ ਦੀ ਹਿਸਟਰੀ ਹੈ ਜਿਹੜੀ ਉਹ ਵੀ ਦਿੱਤੀ ਹੋਈ ਹੈ, ਬਟ ਕੌਨਸਟੀਟਿਊਸ਼ਨ ਦੀ ਹਿਸਟਰੀ ਜਿੱਦਾਂ ਲਾਈਕ ਕੌਨਸਟੀਟਿਊਸ਼ਨ ਅਸੈਂਬਲੀ ਕਿੱਦਾਂ ਬਣੀ, ਕੌਨਸਟੀਟਿਊਸ਼ਨ ਅਸੈਂਬਲੀ ਤੋਂ ਬਾਅਦ ਕਿੱਦਾਂ ਕੌਨਸਟੀਟਿਊਸ਼ਨ ਫਾਰਮ ਹੋਇਆ, ਵੇਰੀਅਸ ਟਾਈਪ ਆਫ ਕਮੇਟੀਜ਼, ਐਵਰੀਥਿੰਗ, ਉਹ ਸਾਰੀਆਂ ਚੀਜ਼ਾਂ ਆਪਾਂ ਐਨਸੀਈਆਰਟੀ 'ਚ ਕਵਰ ਕਰਾਂਗੇ। ਔਰ ਇਸ ਤੋਂ ਬਿਨਾਂ ਇਹ ਸਾਰੀਆਂ ਚੀਜ਼ਾਂ ਆਪਣੇ ਮਾਡਰਨ ਇੰਡੀਆ ਦੇ ਵਿੱਚ ਵੀ ਕਵਰ ਹੋ ਜਾਣਗੀਆਂ। ਤਾਂ ਅੱਜ ਜਿਹੜਾ ਆਪਾਂ ਨੇ ਸਟਾਰਟ ਕਰਨਾ ਹੈਗਾ ਫਸਟ ਚੈਪਟਰ ਪ੍ਰੀਐਂਬਲ ਤੋਂ ਹੀ ਸਟਾਰਟ ਕਰਨਾ ਹੈਗਾ। ਠੀਕ ਹੈ ਜੀ। ਸੋ ਲੈਟਸ ਸਟਾਰਟ। ਤਾਂ ਇਹ ਨੋਟਸ ਹੈਗੇ ਨੇ ਜੀ, ਇਹ ਹੈਂਡ ਰਿਟਨ ਨੋਟਸ ਹੈਗੇ ਨੇ। ਇਹ ਐਕਚੁਅਲ ਦੇ ਵਿੱਚ ਲਕਸ਼ਮੀਕਾਂਤ ਦੀ ਇੱਕ ਸਮਰੀ ਬਣਾਈ ਹੋਈ ਹੈ ਜਿਹੜੀ ਕਿ ਤੁਹਾਨੂੰ ਲਾਸਟ ਟਾਈਮ ਰਿਵੀਜ਼ਨ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਹੈ ਜਿਹੜੀ ਕਰੇਗੀ। ਠੀਕ ਹੈ ਜੀ। ਔਰ ਇਸ ਤੋਂ ਬਿਨਾਂ ਜੋ ਵੀ ਇੱਥੇ ਲਿਖਿਆ ਹੋਇਆ ਵੀ ਵਿਲ ਟਰਾਈ ਕਿ ਆਪਾਂ ਇਕੱਲਾ ਇਕੱਲਾ ਵਰਡ ਹੈ ਜਿਹੜਾ ਇਸ ਨੂੰ ਡਿਸਕਸ ਕਰੀਏ ਔਰ ਆਪਣਾ ਇੱਕ ਬੈਟਰ ਹੋਲਡ ਹੈ ਜਿਹੜਾ ਕ੍ਰੀਏਟ ਕਰ ਸਕੀਏ। ਠੀਕ ਹੈ ਜੀ। ਤਾਂ ਸਟਾਰਟ ਕਰਦੇ ਹੈਗੇ ਆ। ਚੈਪਟਰ ਜਿਹੜਾ ਆਪਾਂ ਗੱਲ ਕਰਦੇ ਹੈਗੇ ਆ, ਚੈਪਟਰ ਦਾ ਨਾਮ ਹੈਗਾ ਪ੍ਰੀਐਂਬਲ। ਹੁਣ ਫਸਟ ਆਫ ਆਲ ਪ੍ਰੀਐਂਬਲ ਕੀ ਚੀਜ਼ ਹੈਗੀ ਆ? ਕੌਨਸਟੀਟਿਊਸ਼ਨ ਆਪਣੀ ਕੀ ਹੈਗੀ ਹੈ? ਇੱਕ ਲਾਅ ਬੁੱਕ ਹੈਗੀ ਹੈ ਜਿਹਦੇ ਵਿੱਚ ਕੰਟਰੀ ਦੇ ਵਿੱਚ ਜਿਹੜੇ ਆਪਣੇ ਲਾਜ਼ ਹੈਗੇ ਨੇ ਉਸਨੂੰ ਉਸਦੇ ਵਿੱਚ ਕੰਪਾਈਲ ਕੀਤਾ ਹੋਇਆ। ਔਰ ਜਦੋਂ ਆਪਾਂ ਕੌਨਸਟੀਟਿਊਸ਼ਨ ਓਪਨ ਕਰਦੇ ਹਾਂ ਤਾਂ ਕੌਨਸਟੀਟਿਊਸ਼ਨ ਦੇ ਸਟਾਰਟਿੰਗ ਦੇ ਵਿੱਚ ਆਪਣਾ ਜਿਹੜਾ ਆਪਾਂ ਨੂੰ ਚੀਜ਼ ਜੋ ਦਿਖਦੀ ਹੈਗੀ ਹੈ ਉਹ ਹੈਗੀ ਆ ਪ੍ਰੀਐਂਬਲ। ਹੁਣ ਪ੍ਰੀਐਂਬਲ ਕਿਸ ਤਰੀਕੇ ਦਾ ਹੈਗਾ ਹੈ ਆਪਾਂ ਪਹਿਲਾਂ ਥੋੜਾ ਜਿਹਾ ਇਹ ਵੀ ਦੇਖ ਲੈਂਦੇ ਹੈਗੇ ਆ। ਦੇਖੋ ਪ੍ਰੀਐਂਬਲ ਦੇ ਵਿੱਚ ਕੀ ਕੀ ਚੀਜ਼ਾਂ ਲਿਖੀਆਂ ਹੋਈਆਂ ਨੇ। ਪ੍ਰੀਐਂਬਲ ਤੁਹਾਨੂੰ ਯਾਦ ਕਰਨਾ ਚਾਹੀਦਾ ਮੇਰੇ ਅਕੋਰਡਿੰਗ, ਕਿਉਂਕਿ ਸਮਟਾਈਮਸ ਆਪਾਂ ਤੁਹਾਨੂੰ PYQ ਵੀ ਦਿਖਾਵਾਂਗੇ ਕਿ ਜਿੱਥੇ ਸਟੇਟ PCS ਦੇ ਵਿੱਚ ਪ੍ਰੀਐਂਬਲ ਨੂੰ ਬਲੈਂਕ ਦੇ ਕੇ ਜਿੱਦਾਂ ਆਪਾਂ ਕਲੋਜ਼ ਟੈਸਟ ਕਰਦੇ ਹੁੰਦੇ ਹਾਂ ਉਸ ਤਰੀਕੇ ਦੇ ਨਾਲ ਉਹਨਾਂ ਨੇ ਵਰਡ ਸੀਗੇ ਆਪਸ਼ਨ ਦੇ ਵਿੱਚ ਪੁੱਛ ਲਏ ਸੀ। ਠੀਕ ਹੈ ਜੀ। ਤਾਂ ਪ੍ਰੀਐਂਬਲ ਤੁਹਾਨੂੰ ਕੀ ਹੋਣਾ ਚਾਹੀਦਾ? ਯਾਦ ਹੋਣਾ ਚਾਹੀਦਾ, ਐਜ਼ ਇਟ ਇਜ਼ ਕ੍ਰੈਮ ਕਰਨਾ ਪਏਗਾ ਤੁਹਾਨੂੰ। ਤਾਂ ਇਹ ਹੈਗਾ ਜੀ ਆਪਣਾ ਪ੍ਰੀਐਂਬਲ। ਵੀ ਦ ਪੀਪਲ ਆਫ ਇੰਡੀਆ ਹੈਵਿੰਗ solemnly resolved to constitute India into sovereign, socialist, secular, democratic republic and to secure to all its citizen। ਠੀਕ ਹੈ ਜੀ। ਉਸ ਤੋਂ ਬਾਅਦ ਜਸਟਿਸ ਦੇ ਬਾਰੇ ਦਿੱਤਾ ਹੋਇਆ, ਜਸਟਿਸ ਕਿੱਦਾਂ ਦੀ ਹੋਏਗੀ, ਲਿਬਰਟੀ ਬਾਰੇ ਗੱਲ ਕੀਤੀ ਹੋਈ ਹੈ, ਇਕੁਐਲਿਟੀ ਬਾਰੇ ਗੱਲ ਕੀਤੀ ਹੋਈ ਹੈ, ਫਰਟਰਨਿਟੀ ਬਾਰੇ ਗੱਲ ਕੀਤੀ ਹੋਈ ਹੈ। ਔਰ ਉਸ ਤੋਂ ਬਾਅਦ ਇਨ ਆਰ ਕੌਨਸਟੀਟਿਊਟ ਅਸੈਂਬਲੀ ਦਿਸ 26 ਨਵੰਬਰ 1949 do hereby adopt, enact and give to ourselves this constitution। ਤਾਂ ਇਹ ਕੀ ਹੈਗਾ? ਆਪਣਾ ਬੇਸਿਕ ਪ੍ਰੀਐਂਬਲ ਹੈ ਜਿਹੜਾ ਉਹ ਆਪਣੀ ਕੌਨਸਟੀਟਿਊਸ਼ਨ ਦੇ ਫਸਟ ਪੇਜ ਦੇ ਉੱਪਰ ਮੈਂਸ਼ਨ ਹੈ ਜਿਹੜਾ ਕੀਤਾ ਹੋਇਆ। ਹੁਣ ਗੱਲ ਆਉਂਦੀ ਹੈ ਕਿ ਪ੍ਰੀਐਂਬਲ ਕੀ ਚੀਜ਼ ਹੈਗੀ ਹੈ। ਦੇਖੋ ਪ੍ਰੀਐਂਬਲ ਅਗਰ ਆਪਾਂ ਲੇਮਨ ਲੇਨ ਲੈਂਗੁਏਜ ਦੇ ਵਿੱਚ ਬੋਲਾਂ ਤਾਂ ਮੈਂ ਪ੍ਰੀਐਂਬਲ ਇੱਕ ਫਾਈਨਲ ਕਨਕਲੂਜਨ ਹੈਗਾ, ਇੱਕ ਆਬਜੈਕਟਿਵ ਹੈਗਾ, ਜਾਂ ਪੰਜਾਬੀ ਦੇ ਵਿੱਚ ਆਪਾਂ ਕਹਿ ਦਈਏ ਕਿ ਨਿਚੋੜ ਕੀ ਹੈਗਾ ਆਪਣੇ ਕੌਨਸਟੀਟਿਊਸ਼ਨ ਦਾ, ਉਹ ਆਪਣਾ ਕੌਣ ਦੱਸਦਾ ਹੈਗਾ? ਪ੍ਰੀਐਂਬਲ ਦੱਸਦਾ ਹੈਗਾ। ਫੋਰ ਐਗਜ਼ਾਮਪਲ ਕੋਈ ਵੀ ਬੁੱਕ ਹੁੰਦੀ ਹੈ, ਬੁੱਕ ਦੇ ਅੱਗੇ ਐਕਨੋਲੇਜਮੈਂਟ ਦਾ ਪਾਰਟ ਲਿਖਿਆ ਹੁੰਦਾ ਹੈਗਾ ਜਾਂ ਪ੍ਰੀਫੇਸ ਲਿਖਿਆ ਹੁੰਦਾ ਜਿਹੜਾ ਕਿ ਡਿਫਾਈਨ ਕਰਦਾ ਹੈਗਾ ਐਕਚੁਅਲ ਦੇ ਵਿੱਚ ਬੁੱਕ ਦਾ ਏਮ ਕੀ ਹੈਗਾ, ਬੁੱਕ ਦਾ ਆਬਜੈਕਟਿਵ ਕੀ ਹੈਗਾ। ਤਾਂ ਸਿਮਿਲਰ ਅਗਰ ਆਪਾਂ ਪ੍ਰੀਐਂਬਲ ਨੂੰ ਜਿੱਦਾਂ ਹੀ ਆਪਾਂ ਨੇ ਪੜ੍ਹਿਆ ਹੈਗਾ, ਜਿੱਦਾਂ ਆਪਾਂ ਨੇ ਜਸਟਿਸ ਦੀ ਗੱਲ ਕੀਤੀ ਹੈ ਤਾਂ 3 ਏਰੀਆ ਦੇ ਵਿੱਚ ਜਸਟਿਸ ਦੀ ਗੱਲ ਕੀਤੀ ਹੈ, ਲਿਬਰਟੀ ਦੀ ਗੱਲ ਕੀਤੀ ਹੈ ਤਾਂ ਲਿਬਰਟੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਲਿਬਰਟੀ ਹੈਗੀ ਹੈ, ਫਰਟਰਨਿਟੀ ਦੀ ਗੱਲ ਕੀਤੀ ਹੈ, ਸੋਵਰਾਈਨ ਦੀ ਗੱਲ ਕੀਤੀ ਹੈ, ਸੈਕੂਲਰ ਦੀ ਗੱਲ ਕੀਤੀ ਹੈ। ਤਾਂ ਬੇਸਿਕਲੀ ਇਹ ਏਮ ਹੈਗੇ ਨੇ, ਕਿਹਦੇ ਏਮ ਨੇ? ਇੰਡੀਆ ਦੇ ਏਮ ਨੇ ਹੈਗੇ ਨੇ, ਜਾਂ ਇਹ ਕਹਿ ਲਓ ਕਿ ਕਰੈਕਟਰਿਸਟਿਕਸ ਹੈਗੀਆਂ ਨੇ ਇੰਡੀਆ ਦੀਆਂ। ਠੀਕ ਹੈ। ਏਮ ਆਪਾਂ ਕਵਾਂਗੇ ਜਸਟਿਸ, ਕਿ ਆਪਾਂ ਨੇ ਜਸਟਿਸ ਪ੍ਰੋਵਾਈਡ ਕਰਨੀ ਆ ਐਵਰੀ ਫੀਲਡ ਦੇ ਵਿੱਚ, ਸੋਸ਼ਲੀ, ਇਕਨੋਮਿਕਲੀ ਐਂਡ ਪੋਲੀਟੀਕਲੀ। ਉਹ ਕੀ ਹੈਗਾ? ਆਪਣਾ ਇੱਕ ਏਮ ਹੈ। ਬਟ ਇੰਡੀਆ ਇੱਕ ਸੋਵਰਾਈਨ ਹੈ, ਸੋਸ਼ਲਿਸਟ ਹੈਗਾ ਏ, ਸੈਕੂਲਰ ਹੈਗਾ ਏ, ਰਿਪਬਲਿਕ ਹੈਗਾ ਏ, ਡੈਮੋਕ੍ਰੇਟਿਕ ਹੈਗਾ ਏ। ਇਹ ਐਕਚੁਅਲ ਦੇ ਵਿੱਚ ਕੀ ਨੇ? ਇਹ ਕਰੈਕਟਰਿਸਟਿਕਸ ਨੇ। ਠੀਕ ਹੈ। ਤਾਂ ਥੋੜੇ ਥੋੜੇ ਇੰਪੋਰਟੈਂਟ ਚੀਜ਼ਾਂ ਨੇ ਜਿਹੜੀਆਂ ਆਪਾਂ ਨਾਲ ਨਾਲ ਡਿਸਕਸ ਕਰਦੇ ਰਵਾਂਗੇ। ਤਾਂ ਸਟਾਰਟ ਕਰਦੇ ਹੈਗੇ ਆਪਾਂ ਪ੍ਰੀਐਂਬਲ ਤੋਂ। ਤਾਂ ਦੇਖੋ ਜੀ, ਪ੍ਰੀਐਂਬਲ ਨੂੰ ਸਮਰੀ ਆਫ ਕੌਨਸਟੀਟਿਊਸ਼ਨ ਹੈ ਜਿਹੜਾ ਇਹ ਵੀ ਕਿਹਾ ਜਾਂਦਾ ਹੈਗਾ। ਇਸ ਤੋਂ ਬਿਨਾਂ ਪ੍ਰੀਐਂਬਲ ਨੂੰ ਹੋਰੋਸਕੋਪ ਆਫ ਕੌਨਸਟੀਟਿਊਸ਼ਨ ਹੈ ਜਿਹੜਾ ਉਹ ਵੀ ਬੋਲਿਆ ਜਾਂਦਾ ਹੈਗਾ। ਇਸ ਤੋਂ ਬਿਨਾਂ ਕੀ ਨੋਟ ਆਫ ਦਾ ਕੌਨਸਟੀਟਿਊਸ਼ਨ ਵੀ ਕਿਸ ਨੂੰ ਬੋਲਿਆ ਜਾਂਦਾ ਹੈਗਾ? ਪ੍ਰੀਐਂਬਲ ਨੂੰ ਬੋਲਿਆ ਜਾਂਦਾ ਹੈਗਾ। ਤਾਂ ਇਹ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਹੋਣੀਆਂ ਚਾਹੀਦੀਆਂ ਨੇ, ਕਿਉਂਕਿ ਐਜ਼ ਇਟ ਇਜ਼ ਇਹ ਕੁਐਸਚਨ ਹੈ ਜਿਹੜਾ ਪੁੱਛ ਸਕਦਾ ਵੀ ਕੀ ਨੋਟ ਆਫ ਕੌਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ, ਜਾਂ ਹੋਰੋਸਕੋਪ ਆਫ ਕੌਨਸਟੀਟਿਊਸ਼ਨ ਕਿਸ ਨੂੰ ਕਿਹਾ ਜਾਂਦਾ। ਠੀਕ ਹੈ ਜੀ। ਅੱਛਾ, ਹੁਣ ਥੋੜਾ ਜਿਹਾ ਆਪਾਂ ਪ੍ਰੀਐਂਬਲ ਬਾਰੇ ਡਿਸਕਸ ਕਰਦੇ ਹੈਗੇ ਕਿ ਪ੍ਰੀਐਂਬਲ ਆਪਾਂ ਨੇ ਕਿੱਥੋਂ ਅਡਾਪਟ ਕੀਤਾ। ਤਾਂ ਜਿੱਦਾਂ ਹੀ ਕੌਨਸਟੀਟਿਊਸ਼ਨ
बनना स्टार्ट होया अपने फाउंडिंग फादर्स ने डिफरेंट कंट्रीज़ के कॉन्स्टिट्यूशनस नूं की कीता रीड किया उत्थों कुछ इंपॉर्टेंट जो अच्छियां फीचर्स उन्होंने लगियां हैगियां वो उन्होंने अपने कॉन्स्टिट्यूशन दे विच भी अडॉप्ट है जिहड़ियां कीतियां। तो सिमिलर वे दे नाल आपां नूं ये प्रीएम्बल दा जिहड़ा कंसैप्ट है वो किहड़ी इंडिया सॉरी किहड़ी कंट्री के कॉन्स्टिट्यूशन तो मिलिया हैगा यूएसए के कॉन्स्टिट्यूशन दे विच प्रीएम्बल दा कंसैप्ट सी अपने फाउंडिंग फादर्स नूं कंसैप्ट अच्छा लग्या और उन्होंने की किया उत्थों कंसैप्ट की किया अडॉप्ट किया। तो एक सिंपल जिहड़ा एक बहुत ईजी क्वेश्चन हैगा कि प्रीएम्बल किहड़ी कंट्री तो अडॉप्ट किया गया है तो इसका सिंपल आंसर हैगा अपने पास यूएसए। अच्छा इस तो बिना प्रीएम्बल नूं आई कार्ड ऑफ इंडियन कॉन्स्टिट्यूशन भी बोलिया जाता है। कई ये स्टेट पीसीएस दे विच किसे पूछा होया कि जिहड़ा आई कार्ड ऑफ इंडियन कॉन्स्टिट्यूशन है किसने बोलिया सीगा तो यह बाय नानी पालकीवाला ने की बोलिया सीगा इन्होंने यह वर्ड बोलिया सी। और इस तो बिना केशव नंदा भारती केस हो गया मिनरेला मिल्स केस हो गया ये भी प्रीएम्बल बारे की हुई है गल है जी की हुई है। लेटर ऑन इन्होंने दोनों केसेस भी की करांगे डिस्कस है जरा करांगे क्लीयर। तो थोड़ा जा पता लग गया आपको प्रीएम्बल आपने कित्थों अडॉप्ट किया है। प्रीएम्बल एक्चुअल दे विच हैगा की है प्रीएम्बल दे विच जो चीज़ां लिखियां हुई ने कुछ एम्स लिखे हुए हैं कुछ करैक्टरिस्टिक्स लिखियां हुई ने वो सारिया चीज़ां आपने देख लिया हैगियां। और इसनूं किहड़े अनदर नेम दे नाल जानिया जांदा आपने ये भी देख लिया। मेजर ऑब्जेक्टिव की है अपने पूरे कॉन्स्टिट्यूशन का ये आपने की किया सीगा प्रीएम्बल दे विच लिखिया सीगा ठीक है। चलो हुण आपां देखते हैगे आ तां जिहड़ा प्रीएम्बल सीगा यह अर्लीयर प्लान नहीं किया गया सी। ये चीज़ नूं हमेशा ध्यान दे विच रखना। आप थोड़ा अगे जो प्रीएम्बल नूं डिस्कस करांगे तो आप इनू समझांगे भी एक अर्लीयर प्लान नहीं किया सीगा जो कॉन्स्टिट्यूशन बनिया आफ्टर दैट की किया गया प्रीएम्बल नूं ऐड किया गया। ये चीज़ नूं भी तुसीं ध्यान रखना हैगा। ते प्रीएम्बल नूं अडॉप्ट कदों किया गया आपने प्रीएम्बल दे विच डेट देख ही लई सी कि वी द पीपल ऑफ इंडिया है ना जी 26 नवंबर 1949 दे विच की कर लिया गया सीगा प्रीएम्बल नूं अडॉप्ट है जिहड़ा ओह कर लिया गया सी। हुण देखो कुछ इंपॉर्टेंट करैक्टरिस्टिक्स ने जिहड़ा प्रीएम्बल दसदा हैगा कि इंडिया किवें दा हैगा। जिद्दां आपने डिस्कस की कि इंडिया की हैगा सोवराइन हैगा इंडिया की हैगा सोशलिस्ट हैगा इंडिया की हैगा जी सैकुलर हैगा इंडिया की हैगा डेमोक्रेटिक हैगा इंडिया की हैगा रिपब्लिक हैगा फर्टिनिटी भी हैगी है इत्थे इक्वैलिटी भी हैगी है ये सारियां चीज़ां ने। तो इन्हों थोड़ा जिहा आपां वन बाय वन इन्हां टर्म्स नूं डिस्कस करांगे क्योंकि इन्हां दे बिहाफ ते काफ़ी सारे क्वेश्चन ने जिहड़े ट्विस्ट करके पूछ ले जाते हैं। तो फस्ट ऑफ ऑल आपां स्टार्ट करते हैगे सोवराइन तो। देखो सोवराइन का मतलब की हैगा कि इंडिया एक इंडिपेंडेंट कंट्री हैगी है। इंडिपेंडेंट कंट्री का मतलब की हैगा कि इंडिया एक सोवराइन नेशन हैगा जिहड़े कि अपने फैसले की कर सकती है खुद लै सकती है अपने अफेयर्स नाल इंडिया खुद डील करेगा ठीक है जी। उसनों आप बेसिकली की बोलते हैं सोवराइन कंडक्ट इट्स ऑन अफेयर अपने की करेगा खुद दे अफेयर एड है जिहड़े सॉरी कंडक्ट है जिहड़े करेगा ऑन 26 जन 1950 बिफोर वी डोमीनियन। इस तो पहला आप की सीगे डोमीनियन सीगे पर 1950 दे विच जिद्दां ही अपना कॉन्स्टिट्यूशन एनफोर्स होया तो फाइनली आप की बन गए सोवराइन बन गए। हुण देखो सोवराइन का मतलब बट द इंडियन बाउंड बाय द लॉ इंडियन सोवराइन इन वोटिंग थोड़ा देखो समझो शॉर्ट दे विच लिखिया होया। हुण देखो अगर आप कहने हैगे आ कि इंडिया सोवराइन हैगा है अपने डिसीजन अपने फैसले असी आप लैने हैगे आ तो की पूरे दे पूरे इंडियन जिन्ने भी सिटीजनस ने वो भी सारे सोवराइन ने नहीं। इसका आंसर है बिल्कुल भी नहीं क्योंकि इंडियंस की सोवरनिटी है जिहड़ी वो एक लिमिट दे विच डिफाइन की गई है उन्होंने बाउंड किया गया बाय लॉ ठीक है। ये नहीं उन्होंने इन्नी फ्रीडम है कुछ भी कर लेंगे। उन्होंने एक्चुअल सोवरनिटी आप कित्थे देख सकते हैं उन्होंने आप एक्चुअल सोवरनिटी वोटिंग दे विच देख सकते हैं कि उन्होंने फुल फ्लैज अपनी मर्जी के नाल वोटिंग देने का अधिकार हैगा। हाँ वोटिंग दे विच आप कह सकते हैं कि इंडियन सिटीजनस की हैगे ने सोवराइन हैगे ने बट इन द अदर वे अगर आप कहिए कि इंडियन सिटीजनस कंप्लीटली सोवराइन ने नहीं इंडियन सिटीजनस कंप्लीटली सोवराइन नहीं हैगे बट इंडिया कंप्लीटली की हैगा सोवराइन स्टेट हैगा क्लीयर। तो ये चीज़ नूं तुसीं ध्यान दे विच रखना हैगा। अच्छा एक थोड़ी जी गल आपां होर समझते हैं कि जे आपां कहने हैगे कि आपां इंडिपेंडेंट हैगे आ तां फॉर एग्जाम्पल अगर आपां किसी इंटरनैशनल ऑर्गेनाइजेशन दे मैंबर बन जाते हैं तो की उत्थे अपनी सोवरनिटी खत्म हो जाती है तो नहीं उत्थे इंडिया की सोवरनिटी खत्म नहीं होंदी हैगी। वो इंडिया का सैल्फ डिसीजन हैगा है इंडिया का डिसीजन हैगा है कि उन्होंने वो कंट्री नूं सॉरी उस ऑर्गेनाइजेशन नूं ज्वाइन करना है या नहीं करना उन्हें ट्रीटीज़ नूं फॉलो अप करना है या नहीं करना। उत्थे अगर इंडिया किसी इंटरनैशनल ऑर्गेनाइजेशन का मैंबर बनता हैगा तो यदा मतलब ये नहीं कि इंडिया की सोवरनिटी की हो जाती है खत्म है जी हो जाती है क्लीयर। तो इत्थे आपने की समझिया हैगा सोवराइन का मतलब की हैगा कि इंडिया
इंडिपेंडेंट कंट्री है, अपने डिसीजनस अपने अफेयर्स ਨੂੰ खुद कंडक्ट करेगा, बट इंडियंस कंप्लीटली सोवराइन नहीं हैगे। हाँ, इंडिया सोवराइन है ਜਿਹੜਾ ਉਹ ਹੈਗਾ। क्लियर? ਤਾਂ क्लियर हो गया। सोवराइन ਨੂੰ ਜਿਵੇਂ ਪੰਜਾਬੀ ਦੇ ਵਿੱਚ ਜਾਂ ਸਿੰਪਲ ਵਰਡਸ ਦੇ ਵਿੱਚ ਬੋਲਾਂ ਤਾਂ ਇਹਦਾ ਮਤਲਬ ਕੀ ਹੁੰਦਾ ਹੈ? इंडिपेंडेंट। ठीक है जी। तो इंडिया की है ऑबवियसली एक इंडिपेंडेंट कंट्री है, अपने डिसीजन आप लैण का उसनों अधिकार है जिहड़ा ओह हैगा। क्लियर? चलो हुण आपां नैक्सट वर्ड वाल फोकस करते हैं सोशलिस्ट। देखो सोशलिस्ट वर्ड जिहड़ा हैगा है वो स्टार्टिंग दे विच जिद्दां अपने फाउंडिंग फादर ने प्रीएम्बल बनाया सीगा तां उस टाइम दे विच इह वर्ड है जिहड़ा कॉन्स्टिट्यूशन दे विच नहीं सीगा, इहनूं रैदर बाद दे विच अमेंड कीता गया सीगा 42nd कॉन्स्टिट्यूशन अमेंडमेंट 1976 जदों इंदिरा गांधी सरकार सीगी, उन्हां ने सोशलिस्ट वर्ड नूं किहदे विच अमेंड कीता या पाया अपने प्रीएम्बल दे विच। हुण देखो सोशलिस्ट नूं थोड़ा आपां समझ लैंदे आ। देखो हुण इंडिया दे विच एक डेमोक्रेटिक सोशलिज्म चलदी हैगी है। डेमोक्रेसी दा मतलब की हुंदा है भी जिहड़े लोग डायरैक्टली इलैक्ट हुंदे ने है ना लोकां द्वारा। लेटर ऑन आपां डेमोक्रेसी नूं डिटेल च डिस्कस करदे हैगे आ, बट इत्थे थोड़ा आपां समझदे हां डेमोक्रेटिक सोशलिज्म ये तुहानूं ध्यान रखनी हैगी है कि समटाइम्स वो पुछ सकदा कि इंडिया डेमोक्रेटिक सोशलिज्म नूं फॉलो करदा या कम्यूनिस्ट सोशलिज्म नूं फॉलो करदा। तां इंडिया एक डेमोक्रेटिक सोशलिज्म हैगा। डेमोक्रेटिक सोशलिज्म दा मतलब की हैगा कि लोकां दी भलाई वाली साइड पहला ज़्यादा ध्यान दिता जाएगा। तो एंड ऑफ पॉवर्टी हो गया, इदां दे रूल किहदे विच आंदे ने या इदां दा एम ये किहदे विच आंदा है? ये अपनी डेमोक्रेटिक सोशलिज्म दे विच आंदा है। इनइक्वैलिटी आपां ने खत्म करनी हैगी है, डिसीजेस खत्म करनी हैगी है, इस तो बिना इग्नोरेंस हो गया, अनटचेबिलिटी हो गया, ये सब कुछ किहदे विच आंदा हैगा? ये अपनी डेमोक्रेटिक सोशलिज्म दे विच आंदा हैगा। क्लियर? फिलहाल इत्थे तक समझदे हां। हुण आपां अगे थोड़ा जिहा ध्यान रखदे हैगे आ कि जिहड़ी इंडियन सोशलिज्म हैगी है कि वो मार्क्सिज्म सोशलिज्म है या फिर गांधीयन सोशलिज्म है। तो देखो ये चीज़ नूं तुसीं ध्यान दे विच रखना हैगा कि इंडिया दे विच जिहड़ी सोशलिज्म दा कंसैप्ट हैगा वो आपां गांधीयन सोशलिज्म नूं फॉलो करदे हैगे आ। तो हुण आपां नूं ये चीज़ पता होनी चाहिए है कि गांधीयन सोशलिज्म की हुंदी है या फिर मार्क्सिज्म सोशलिज्म है जिहड़ी वो की चीज़ हुंदी है। तो देखो जिहड़ा मार्क्सिज्म सोशलिज्म है उहदे विच की कहा जाता है कि फॉर एग्जाम्पल अगर तुहाडे पास 100 रिसोर्सिज ने, ठीक है, 100 रिसोर्सिज ने और मान लो कि 100 ही पीपल ने, तो थोनों की करना पेगा उस ये मार्क्सिज्म सोशलिज्म कहती है कि सारे परसन नूं इक्वली डिस्ट्रीब्यूट करना पेगा रिसोर्स, उसनों आपां बोलदे आ मार्क्सिज्म सोशलिज्म। मान लो 100 रिसोर्स ने, 100 पीपल ने, तो हर परसन नूं एक रिसोर्स है जिहड़ा ओह तुहानूं देना पेगा। ठीक है जी, क्लीयर? हुण ऑन दी अदर साइड गांधीयन सोशलिज्म की कहता हैगा? गांधीयन सोशलिज्म कहता हैगा कि असीं रिसोर्स नहीं डिवाइड करांगे। फॉर एग्जाम्पल अपने पास 100 रिसोर्स ने और 100 पीपल हैगे ने कि ये नहीं हैगा कि असीं एक रिसोर्स एक बंदे नूं देवांगे। हाँ, असीं सारे बंदियां नूं 100 दे 100 बंदियां नूं इक्वल अपॉर्चुनिटी देवांगे कि ओह 100 दे जिहड़े अपने 100 रिसोर्स ने उसनूं की कर सकन, उसनूं यूटिलाइज कर सकन। हुण ये सामने वाले परसन की कैपेबिलिटी हैगी है कि वो एक रिसोर्स यूज कर सकता या 5 कर रहा या 10 कर रहा। ठीक है? तो इंडिया के विच 99% जिहड़ा सोशलिज्म फॉलो की जाती है वो गांधीयन सोशलिज्म है जिहड़ी फॉलो की जाती है। किते ना किते 1% किसी ना किसी सैक्टर दे विच मोनोपली जिथे आपां नूं देखण नूं मिलदी है उत्थे आपां कह सकते हैं कि मार्क्सिज्म सोशलिज्म इत्थे यूज हो रही है, बट मेजर ऑफ द एरिया दे विच इंडिया च गांधीयन सोशलिज्म है जिहड़ी यूज होंदी है। ठीक है? चीज़ नूं ध्यान दे विच रखना हैगा क्योंकि ये पेपर दे विच क्वेश्चन लास्ट यूपीएससी ने ट्विस्ट करके पूछा होया सीगा। देखो की लिखा होया, नॉट रिसोर्स डिवाइड इक्वली। असीं रिसोर्सिस नूं इक्वली नहीं डिवाइड करांगे बट इक्वल अपॉर्चुनिटीज क्रिएट करांगे ऑन द रिसोर्स टू अचीव। हुणे थोड़े ते डिपेंड है कि तुसीं एक गवर्नमेंट जॉब लै ली, 2 लै ली, तो सारियां नूं भरन दा अधिकार हैगा। अगर एक वैकेंसी निकलदी है, अगर पंजाब दा सिटीजन है सॉरी या इंडिया सिटीजन हैगा, जो भी उहदियां एलिजिबिलिटीज़ ने उहदे अकॉर्डिंग हर बंदे नूं भरन दा उसदा अधिकार हैगा है। तो वो तो डिपेंड करता है, हुण सामने वाले परसन ते डिपेंड करता है कि वो उसनूं लै सकदा है या सोर्स नूं अचीव कर सकदा है या नहीं अचीव कर सकता। क्लीयर? तो इंडिया किहड़े कंसैप्ट नूं फॉलो करता हैगा? इंडिया गांधीयन सोशलिज्म नूं की करता हैगा? फॉलो अप है करता हैगा। क्लीयर? होपफुली तुहानूं ये चीज़ क्लीयर है जिहड़ी हो गई होएगी। क्लीयर? चलो तो आपाने एक सोवराइन भी देख लिया, तो आपाने सोशलिस्ट भी देख लिया। तो हुण आपां देख रहे हैं कि इंडिया दा एक्चुअल दे विच करैक्टरिस्टिक्स किस तरीके दे ने। इंडिया दे विच जिहड़ा अपना कॉन्स्टिट्यूशन हैगा वो किद्दां दा एक इन्वायरमेंट है जिहड़ा ओह दस रहा है कि इंडिया दे विच होना चाहिदा। तां ही आपां की कह रहे हैं, एक प्रीएम्बल नूं ऑब्जेक्टिव बोलदे हैगे आ। ठीक है? या निचोड़ कहने हैगे आपां पूरे कॉन्स्टिट्यूशन दा जिहड़ा ऑब्जेक्टिव हैगा तुहानूं प्रीएम्बल दे विच देखण नूं ओह मिल जाएगा जिद्दां ही तुसीं सारा प्रीएम्बल पढ़ जाओगे। क्लीयर? चलो हुण कुछ होर करैक्टरिस्टिक्स हैगियां ने उहनां नूं आपां देख लैंदे
ਲੈਂਦੇ ਆ। ਦੋ ਵਰਡਸ ਆਪਾਂ ਨੇ ਉੱਪਰ ਦੇਖ ਲਏ, ਸੋਵਰਾइन ਤੇ ਸੋਸ਼ਲਿਸਟ ਦੇਖ ਲਿਆ। ਹੁਣ ਇਹ ਵੀ ਦੋਨੋਂ ਕਰੈਕਟਰਿਸਟਿਕਸ ਹੀ ਹੈਗੇ ਨੇ, ਠੀਕ ਹੈ, ਇਹ ਨਹੀਂ ਮਤਲਬ ਵੀ ਨੀਚੇ ਕਰੈਕਟਰਿਸਟਿਕਸ ਲਿਖਿਆ ਹੋਇਆ ਤਾਂ ਉੱਪਰ ਵਾਲੇ ਨਹੀਂ ਹੈਗੇ। ਸੋਸ਼ਲਿਸਟ ਔਰ ਸੋਵਰਾइन ਦੋਨੋਂ ਹੀ ਕਰੈਕਟਰਿਸਟਿਕਸ ਨੇ। ਇਸ ਤੋਂ ਬਿਨਾ ਹੋਰ ਕਿਹੜੇ ਨੇ, ਚਲੋ ਉਹ ਵੀ ਦੇਖਦੇ ਆ। ਹੁਣ ਆਪਾਂ ਗੱਲ ਕਰਦੇ ਹੈਗੇ ਸੈਕੂਲਰ। देखो सैकुलर वर्ड भी की सीगा जदों अपना कॉन्स्टिट्यूशन बनिया सी तां अपने फाउंडिंग फादर ने अपने कॉन्स्टिट्यूशन दे विच नहीं पाया सीगा। लेटर ऑन इसनूं भी 1976 दे विच इंदिरा गांधी सरकार ने अमेंड कीता सीगा, अपने प्रीएम्बल दे विच पाया सीगा। कि अपने फाउंडिंग फादर ने वर्ड पाए ही नहीं हैगे, कि उन्हां नूं लग्गिया ही नहीं हैगा कि बी आर अंबेडकर जी नूं कि वर्ड पाने चाहिए ने, तां नहीं। बी आर अंबेडकर जी ने इन्हां वर्ड्स नूं पहलां ही किसी होर फॉर्मेट दे विच की कर दिता सीगा, अपने प्रीएम्बल च एडिट कर दिता सी। पर इंदिरा गांधी सरकार ने जस्ट एज अ पॉलिटिकल स्टंट कह सकते हैं आपां, उन्हां ने की कीते ने, इह वर्ड्स ने जिहड़े की कीते ने, ऐड है जिहड़े कीते ने। आपां लेटर ऑन देखदे हांगे, समझदे हैगे आ कि कित्थे कित्थे अपने फाउंडिंग फादर ने ये चीज़ां ऑलरेडी डिफाइंड कर रखियां सी, पर इन्हां नूं एक अलग तो वर्ड्स बना के की कीता इंदिरा गांधी सरकार ने प्रीएम्बल दे विच की कीते ने, अमेंड है जिहड़े कीते हैगे ने। क्लीयर। चलो हुण आपां देखदे हांगे सैकुलर। सैकुलर दा मतलब की हुंदा है? ऑल रिलीजन सेम स्टेटस, नो स्टेट रिलीजन वी यूनियन ऑफ इंडिया। हुण देखो इहदा मतलब की हैगा, जिवें आपां पंजाबी च पढ़दे हुंदे आ कि भारत एक धर्म निरपक्ष राज है। धर्म निरपक्ष का मतलब कि भारत जिहड़ा हैगा या इंडिया हैगा वो किसी भी रिलीजन की फेवर है जिहड़ी वो नहीं करेगा। सारे रिलीजन सेम स्टेटस दे हैगे ने, सारे रिलीजनस नूं इत्थे इक्वल मन्निया जांदा हैगा। मतलब धर्म दे विच किसी नाल भेदभाव है जिहड़ी ओह नहीं कीता जाएगा। इहदा मतलब की हुंदा है? सैकुलर हुंदा है। ठीक है जी। हुण ये की कह रहा कि स्टेट दा अपना कोई धर्म नहीं हैगा, स्टेट दा कोई अपना धर्म नहीं हैगा। स्टेट मीनस इत्थे की कह रहा, सरकार सॉरी इंडिया नूं बोलिया जा रहा, ठीक है, कि जिहड़ा इंडिया हैगा ओहदा कोई अपना धर्म नहीं हैगा। सारे धर्मां दे लोग इत्थे की कर सकते हैं, रह सकते हैगे ने, और सब धर्मां नूं समान नज़र दे नाल देखिया जाएगा। तो इहदा मतलब की हैगा कि जो अपनी सरकार हैगी या इंडिया हैगा है, उन्हां दा धर्म दे नाल कोई लैना देना ही नहीं हैगा। नहीं, नो डाउट कि गवर्नमेंट किसी भी धर्म वाले ये कह लो कि कस्टम्स दे विच इंटरफेयर नहीं करेगी, पर इसका मतलब ये नहीं कि सरकार चुपचाप करके बैठ जाएगी। ठीक है। फॉर एग्जाम्पल अगर धर्म के नाम पर किते भी कुछ होंदा है तो सरकार उत्थे एकदम की हो जाएगा, अपना स्टेट एक्टिव हो जाएगा। क्लीयर। तो ये चीज़ नूं आपां लेटर फंडामेंटल राइट्स दे विच जाके देखांगे कि किद्दां जिहड़ा अपनी स्टेट हैगी है वो एज अ वॉच डॉग का काम करती हैगी कि उपर रिलीजन के उपर। नो डाउट रिलीजन के नालों बिल्कुल भी इंटरफेयर नहीं करती, एक सैपरेट अपने आप को डिवोर्स मानती हैगी है रिलीजन के नालों। पर यदा मतलब ये भी नहीं है कि वो रिलीजन तो टोटली अखां बंद करके एक साइड पर बैठ जाती हैगी है। तो इत्थे आपां ने जस्ट हजे फिलहाल यही समझना हैगा है सैकुलर का मतलब की हैगा कि स्टेट का कोई अपना धर्म नहीं हैगा, सारे धर्मां दे लोग इत्थे इक्वल होणगे, हर धर्म नूं समान है जिहड़ा वो मन्निया जाएगा। क्लीयर। चलो हुण आपां गल करते हैं डेमोक्रेटी। डेमोक्रेटी का मतलब डेमोक्रेसी जिवें आपां कह दिंदे आ, ठीक है, वी द पीपल फॉर द पीपल, इदां दी आपां पढ़दे हैं बचपन तो वी हैव बोथ पॉलिटिकल एंड सोशलिज्म डेमोक्रेसी, फ्री फेयर एंड रैगूलर इलैक्शन दैन डेमोक्रेसी। हुण देखो डेमोक्रेसी नूं अगर आपां वैसे गल करिए कि डेमोक्रेसी की चीज़ हैगी है, तो देखो डेमोक्रेसी का मतलब फ्री फेयर इलैक्शन होना ही डेमोक्रेसी है? नहीं, फ्री फेयर इलैक्शन होना डेमोक्रेसी नहीं हैगी। ईवन कि रैगूलर इलैक्शन होना की हैगी है? डेमोक्रेसी हैगी है। तो की बाकी कंट्री डेमोक्रेसी नहीं हैगी? जिवें अगर आप कहिए चाइना की गल करिए कि चाइना च डेमोक्रेसी नहीं हैगी, नहीं चाइना च डेमोक्रेसी हैगी है जी। पर डेमोक्रेसी की डेफिनेशन कंट्री टू कंट्री वेरी करती हैगी है, तो आपने उस चीज़ के विच नहीं जाना। तो डेमोक्रेसी नूं एक्चुअल दे विच आपां की कहांगे कि एक फ्री फेयर इलैक्शन हो रहे हैं, तो वह इकल्ला डेमोक्रेसी नहीं होएगा। फ्री फेयर इलैक्शन दे नाल रैगूलर इलैक्शन हो रहे हैं, उसनूं आपां की बोलांगे? डेमोक्रेसी है जिहड़ी बोलांगे। तो इंडिया की हैगा एक डेमोक्रेटिक कंट्री है, हर 5 साल बाद की हुंदे ने इलैक्शन हुंदे ने, फ्री एंड फेयर हुंदे ने। की फ्री फेयर हुंदे ने एक डिबेटेबल पार्ट हैगा, पर इस दे उपर नहीं जाना। बट अपना इंडियन कॉन्स्टिट्यूशन इस फीचर के उपर चलता हैगा कि इंडिया की हैगा एक डेमोक्रेटिक कंट्री हैगा। ठीक है जी। सोशली भी और पॉलिटिकली भी दोनों साइड ते आपां डेमोक्रेसी नूं की करते हैं, फॉलो अप है जिहड़ा करते हैं। क्लीयर। चलो अच्छा, उस तो बाद अगर आप गल करते हैं इक्वैलिटी, तो देखो इक्वैलिटी सबनों इक्वल अधिकार आपने ऊपर भी देखा सी, रिसोर्सिस दे विच भी सबनों गांधीयन सोशलिज्म दे विच कि सबनों इक्वल अधिकार दिते गए हैं। तो इक्वैलिटी के 3 फॉर्मेट दिते हुए हैं, इकनॉमिक भी हैगा, पॉलिटिकल भी हैगा। हुण देखो ये चीज़ की लिखी हुई है, ये चीज़ लिखी हुई है कि जिहड़ी आपां इक्वैलिटी की गल करते हैं इन्हां फॉर्मेट नूं आपां इत्थे देख सकते हैं। इन्हां आर्टिकल दे विच आपां कह सकते हैं कि इक्वैलिटी है जिहड़ी 14, 15, 16, 17, 18 फंडामेंटल राइट जिहड़े अपने आर्टिकल ने उहदे विच आपां गल करते हैं, जिहदे विच आपां अनटचेबिलिटी
ਅਨਟੱਚੇਬਿਲਿਟੀ ਨੂੰ ਖਤਮ ਕਰਨ ਦੀ ਗੱਲ ਕਰਦੇ ਹੈਗੇ ਆ। ਪਬਲਿਕ ਓਪਰਚੁਨਿਟੀ ਦੇ ਵਿੱਚ ਕੀ ਕਰ ਸਕਦੇ ਆ, ਸਭ ਨੂੰ ਇਕੁਅਲ ਅਧਿਕਾਰ ਹੈਗਾ ਪਬਲਿਕ ਓਪਰਚੁਨਿਟੀ ਦੇ ਵਿੱਚ, ਠੀਕ ਹੈ ਜੀ। ਤਾਂ ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਇਕੁਐਲਿਟੀ ਦੀਆਂ ਇਹ ਆਰਟੀਕਲ ਕੀ ਕਰਦੇ ਨੇ, ਦਿਖਾਉਂਦੇ ਨੇ। ਐਦਾਂ ਕਰਕੇ ਤੁਸੀਂ ਆਪਣੇ ਮੇਨਸ ਦੇ ਵਿੱਚ ਰਾਈਟਿੰਗ ਕਰ ਸਕਦੇ ਹੋ ਕਿ ਇਕੁਐਲਿਟੀ ਦੀ ਅਗਰ ਆਪਾਂ ਗੱਲ ਕਰੀਏ, ਕਿ ਇਕੁਐਲਿਟੀ ਦੀ ਅਗਰ ਗੱਲ ਕਰੀਏ ਤਾਂ ਇੰਡੀਆ ਦੇ ਵਿੱਚ ਇਕੁਐਲਿਟੀ ਇਹ ਆਰਟੀਕਲ ਆਪਾਂ ਨੂੰ ਦਿਖਾਉਂਦੇ ਹੈਗੇ ਨੇ ਕਿ ਯੈਸ ਇੰਡੀਆ ਦੇ ਵਿੱਚ ਹਰ ਐਂਗਲ ਤੋਂ, ਚਾਹੇ ਪੋਲੀਟੀਕਲ ਹੈਗੀ ਹੈ ਚਾਹੇ ਇਕਨੋਮਿਕਲੀ ਹੈਗੀ ਹੈ, ਇਹ ਇਕੁਐਲਿਟੀ ਹੈ ਜਿਹੜੀ ਦੇਖੀ ਜਾਂਦੀ ਹੈਗੀ ਹੈ। ਕਲੀਅਰ? ਤਾਂ ਥੋੜਾ ਜਿਹਾ ਜਦੋਂ ਆਪਾਂ ਫੰਡਾਮੈਂਟਲ ਰਾਈਟ ਕਰਾਂਗੇ ਤਾਂ ਉਦੋਂ ਆਪਾਂ ਇਹਨਾਂ ਸਾਰੇ ਆਰਟੀਕਲਸ ਨੂੰ ਵੀ 1 ਬਾਈ 1 ਜਿਹੜਾ ਦੇਖਾਂਗੇ। ਕਲੀਅਰ? ਅੱਛਾ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਫਰਟਰਨਿਟੀ, ਹੁਣ ਦੇਖੋ ਫਰਟਰਨਿਟੀ ਦਾ ਮਤਲਬ ਕੀ ਹੋ ਗਿਆ, ਬ੍ਰਦਰਹੁੱਡ, ਭਾਈਚਾਰਾ। ਤਾਂ ਇਹ ਮੇਜਰ ਕੀ ਹੈਗਾ, ਆਪਣਾ ਏਮ ਹੈਗਾ, ਠੀਕ ਹੈ, ਕਿ ਆਪਣਾ ਇੰਡੀਆ ਦੇ ਵਿੱਚ ਕੀ ਹੋਊਗਾ, ਬ੍ਰਦਰਹੁੱਡ ਹੋਣਾ ਚਾਹੀਦਾ ਹੈ, ਠੀਕ ਹੈ। ਲਾਈਕ ਸਿੰਗਲ ਸਿਟੀਜ਼ਨਸ਼ਿਪ, ਫੰਡਾਮੈਂਟਲ ਡਿਊਟੀਜ਼, ਰਾਈਟ। ਹੁਣ ਬ੍ਰਦਰਹੁੱਡ ਕਿਉਂ ਹੋਣਾ ਚਾਹੀਦਾ ਹੈ, ਕਿਉਂਕਿ ਸਾਰੇ ਦੇ ਸਾਰੇ ਕੀ ਹੈਗਾ, ਇੰਡੀਆ ਇੱਕ ਸਿੰਗਲ ਸਿਟੀਜ਼ਨਸ਼ਿਪ ਨੇਸ਼ਨ ਹੈਗਾ ਹੈ, ਕਿਉਂਕਿ ਸਭ ਨੂੰ ਇਕੁਅਲੀ ਕੀ ਮਿਲੀ ਹੋਈ ਹੈ, ਸਿਟੀਜ਼ਨਸ਼ਿਪ ਮਿਲੀ ਹੋਈ ਹੈ। ਸਭ ਨੂੰ ਕੀ ਮਿਲਿਆ ਹੋਇਆ ਜੀ, ਇਕੁਅਲੀ ਫੰਡਾਮੈਂਟਲ ਡਿਊਟੀਜ਼ ਨੇ, ਸਭ ਦੀਆਂ ਇਕੁਅਲ ਫੰਡਾਮੈਂਟਲ ਰਾਈਟਸ ਮਿਲੇ ਹੋਏ ਨੇ, ਚਾਹੇ ਉਹ ਕਿਹੜੇ ਮਰਜ਼ੀ ਧਰਮ ਨੂੰ ਬਿਲੋਂਗ ਕਰਦੇ ਨੇ, ਜਿਹੜੀ ਮਰਜ਼ੀ ਕਾਸਟ ਨੂੰ ਬਿਲੋਂਗ ਕਰਦੇ ਨੇ। ਤਾਂ ਕਿਉਂਕਿ ਤੁਹਾਨੂੰ ਕਨਸਟੀਟਿਊਸ਼ਨ ਇੱਕ ਇਕੁਐਲਿਟੀ ਪ੍ਰੋਵਾਈਡ ਕਰ ਰਿਹਾ ਹਰ ਐਂਗਲ ਤੋਂ, ਤਾਂ ਕੀ ਜਿਹੜਾ ਕਨਸਟੀਟਿਊਸ਼ਨ ਇਹ ਚਾਹੁੰਦਾ ਹੈਗਾ ਕਿ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਸਾਰੇ ਕੀ ਰਹਿਣ, ਭਾਈਚਾਰੇ ਦੇ ਨਾਲ ਮਿਲ ਜੁਲ ਕੇ ਰਹਿਣ। ਤਾਂ ਇਹ ਕੀ ਹੈਗਾ, ਇੱਕ ਏਮ ਹੈਗਾ, ਇੱਕ ਕਰੈਕਟਰਿਸਟਿਕਸ ਨਹੀਂ ਹੈਗੀ, ਇਹ ਕੀ ਕਹਿ ਸਕਦੇ ਆਪਾਂ, ਏਮ ਹੈਗਾ ਕਿਹਦਾ, ਆਪਣੇ ਕਨਸਟੀਟਿਊਸ਼ਨ ਦਾ। ਕਲੀਅਰ? ਚਲੋ ਅੱਛਾ, ਉਸ ਤੋਂ ਬਾਅਦ ਨੈਕਸਟ ਦੇਖਦੇ ਹੈਗੇ ਫਰਟਰਨਿਟੀ ਤੋਂ ਬਾਅਦ ਜਸਟਿਸ। ਹੁਣ ਦੇਖੋ ਜਸਟਿਸ ਵੀ ਕੀ ਹੈਗਾ, ਏਮ ਹੈਗਾ। ਦੇਖੋ ਜਸਟਿਸ ਨੋ ਡਾਊਟ ਆਪਾਂ ਹਮੇਸ਼ਾ ਕਹਿੰਦੇ ਹੈਗੇ ਆ ਕਿ ਆਪਾਂ ਜਸਟਿਸ ਪ੍ਰੋਵਾਈਡ ਕਰਨੀ ਹੈਗੀ ਆ। ਫॉर एग्जांपल अगर ਕੋਈ ਵੀ ਨੇਤਾ ਹੈ ਜਾਂ ਕੋਈ ਵੀ ਕੰਟਰੀ ਹੈ ਤਾਂ ਇਹੀ ਚਾਹੇਗਾ ਕਿ ਮੈਂ ਆਪਣੇ ਦੇਸ਼ ਦੇ ਵਿੱਚ ਆਪਣੀ ਜਨਤਾ ਨੂੰ ਹਰ ਐਂਗਲ ਤੋਂ ਜਸਟਿਸ ਪ੍ਰੋਵਾਈਡ ਕਰਾਂ, ਪਰ ਇਹ 100% ਕਈ ਵਾਰ ਨਹੀਂ ਵੀ ਪੋਸੀਬਲ ਹੁੰਦਾ, ਤਾਂ ਕਰਕੇ ਇਸ ਨੂੰ ਏਮ ਦੇ ਵਿੱਚ ਰੱਖਿਆ ਗਿਆ ਹੈ। ਸਿਮਿਲਰ ਵੇ ਦੇ ਨਾਲ ਫਰਟਰਨਿਟੀ ਦੀ ਅਗਰ ਆਪਾਂ ਗੱਲ ਕਰੀਏ, ਇਹ ਵੀ ਸੇਮ ਉਹੀ ਚੀਜ਼ ਹੈਗੀ ਹੈ, ਠੀਕ ਹੈ ਜੀ। ਚਲੋ ਉਸ ਤੋਂ ਬਾਅਦ ਜਸਟਿਸ ਦੀ ਗੱਲ ਕਰਦੇ ਹੈਗੇ ਆ। ਤਾਂ ਦੇਖੋ ਜਸਟਿਸ ਸੋਸ਼ਲੀ, ਸਮਾਜਿਕ ਤੌਰ ਤੇ ਵੀ, ਇਕਨੋਮਿਕਲ ਤੌਰ ਤੇ ਵੀ ਔਰ ਪੋਲੀਟੀਕਲ ਤੌਰ ਤੇ ਵੀ, ਇਹਨਾਂ ਤਿੰਨੋਂ ਐਂਗਲ ਦੇ ਵਿੱਚ ਜਸਟਿਸ ਕੀ ਹੋਣੀ ਚਾਹੀਦੀ ਹੈ, ਡਿਸਟ੍ਰੀਬਿਊਟ ਹੋਣੀ ਚਾਹੀਦੀ ਹੈ। ਅਗਰ ਕਿਸੇ ਨੂੰ ਸਮਾਜਿਕ ਦੇ ਵਿੱਚ ਕੋਈ ਕਿਸੇ ਨਾਲ ਇਨਜਸਟਿਸ ਹੋਈ ਹੈ ਸਮਾਜ ਦੇ ਵਿੱਚ, ਤਾਂ ਉੱਥੇ ਵੀ ਜਸਟਿਸ ਦੇਣ ਦਾ ਉਦੇਸ਼ ਹੈਗਾ ਆਪਣੇ ਇੰਡੀਅਨ ਕਨਸਟੀਟਿਊਸ਼ਨ ਦਾ। ਚਾਹੇ ਇਕਨੋਮਿਕਲੀ ਕਿਸੇ ਨਾਲ ਇਨਜਸਟਿਸ ਹੋਈ ਹੈ, ਉੱਥੇ ਵੀ ਜਸਟਿਸ ਦੇਣ ਦਾ ਏਮ ਹੈਗਾ। ਚਾਹੇ ਪੋਲੀਟੀਕਲੀ ਇਨਜਸਟਿਸ ਹੋਈ ਹੈ, ਤਾਂ ਮਤਲਬ ਹਰ ਐਂਗਲ ਤੋਂ ਜਸਟਿਸ ਨੂੰ ਕਵਰ ਕਰਨ ਦਾ ਮੇਜਰ ਏਮ ਹੈਗਾ ਕਿਹਦਾ, ਆਪਣੇ ਇੰਡੀਅਨ ਕਨਸਟੀਟਿਊਸ਼ਨ ਦਾ। ਹੁਣ ਜਿਹੜੇ ਤਿੰਨ ਵਰਡ ਹੈਗੇ ਨੇ, ਸੋਸ਼ਲਿਸਟ, ਇਕਨੋਮਿਕਲ ਐਂਡ ਪੋਲੀਟੀਕਲ, ਇਹ ਤਿੰਨ ਵਰਡ ਜਿਹੜੇ ਹੈਗੇ ਨੇ ਇਹ ਆਪਾਂ ਨੇ ਕਿੱਥੋਂ ਲਏ ਨੇ, ਇਹ ਆਪਣੇ ਰਸ਼ੀਆ ਤੋਂ ਲਏ ਹੈਗੇ ਨੇ, ਠੀਕ ਹੈ। USSR ਜਾਂ ਰਸ਼ੀਅਨ ਰੈਵੋਲੂਸ਼ਨ ਆਪਾਂ ਕਹਿ ਦਿੰਦੇ ਆ। ਇਹਦਾ ਮਤਲਬ ਕੀ ਹੈ ਕਿ ਡਿਸਟ੍ਰੀਬਿਊਟਿਵ ਜਸਟਿਸ ਹੋਣੀ ਚਾਹੀਦੀ ਆ ਹਰ ਫੇਸ ਦੇ ਵਿੱਚ, ਹਰ ਐਂਗਲ ਦੇ ਵਿੱਚ ਆਪਾਂ ਨੇ ਕੀ ਕਰਨੀ ਹੈਗੀ ਆ, ਇੱਕ ਫ੍ਰੀ ਫੇਅਰ ਕੀ ਕਰਨੀ ਆ, ਜਸਟਿਸ ਪ੍ਰੋਵਾਈਡ ਆ ਜਿਹੜੀ ਉਹ ਕਰਨੀ ਹੈਗੀ ਆ। ਕਲੀਅਰ? ਚਲੋ ਅੱਛਾ, ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਲਿਬਰਟੀ। ਹੁਣ ਦੇਖੋ ਲਿਬਰਟੀ ਦਾ ਮਤਲਬ ਕੀ ਹੁੰਦਾ, ਆਜ਼ਾਦੀ, ਫਰੀडम। ਤਾਂ ਇਹ ਵੀ ਇੱਕ ਏਮ ਹੈਗਾ ਕਿ ਇੱਥੋਂ ਜਿਹੜਾ ਇੰਡੀਅਨ ਕਨਸਟੀਟਿਊਸ਼ਨ ਕੀ ਕਹਿੰਦਾ ਹੈਗਾ ਕਿ ਲਿਬਰਟੀ ਹੋਣੀ ਚਾਹੀਦੀ ਹੈ। ਕਿ ਲਿਬਰਟੀ ਬਿਲਕੁਲ ਹੀ ਲਿਬਰਟੀ ਹੋਣੀ ਚਾਹੀਦੀ ਹੈ, ਤਾਂ ਨਹੀਂ, ਬਿਲਕੁਲ ਲਿਬਰਟੀ ਨਹੀਂ ਹੋਣੀ ਚਾਹੀਦੀ, ਕਿਉਂਕਿ ਅਗਰ ਟੋਟਲ ਲਿਬਰਟੀ ਹੋਏਗੀ, ਕੋਈ ਲਾਅ ਨਹੀਂ ਐਗਜ਼ਿਸਟ ਕਰੇਗਾ, ਤਾਂ ਕਰਪਸ਼ਨ, ਕ੍ਰਾਈਮ ਹੈ ਜਿਹੜਾ ਬਹੁਤ ਜ਼ਿਆਦਾ ਵੱਧ ਜਾਏਗਾ। ਤਾਂ ਥੋੜਾ ਦੇਖਦੇ ਹਾਂ ਆਪਾਂ ਕੀ ਕਹਿੰਦਾ, ਨੋਟ ਐਬਸੋਲਿਊਟ। ਨੋ ਡਾਊਟ ਇੰਡੀਅਨ ਕਨਸਟੀਟਿਊਸ਼ਨ ਆਪਾਂ ਲਈ ਲਿਬਰਟੀ ਦੀ ਗੱਲ ਕਰਦਾ ਹੈਗਾ, ਪਰ ਆਪਾਂ ਨੂੰ ਕਿਤੇ ਵੀ ਐਬਸੋਲਿਊਟ ਲਿਬਰਟੀ ਹੈ ਜਿਹੜੀ ਉਹ ਨਹੀਂ ਮਿਲੀ ਹੋਈ, ਠੀਕ ਹੈ। ਐਬਸੋਲਿਊਟ ਲਿਬਰਟੀ ਅਗਰ ਨਹੀਂ ਹੋਏਗੀ, ਲॉज नहीं होंगे, तो कोई भी क्राइम करेगा, करप्शन करेगा, राइट। तो एब्सोल्यूट लिबर्टी है जिहड़ी वो नहीं पॉसिबल होएगी, बट क्वालिफाइड, डिसाइडेड बाय लॉ। लिबर्टी किन्नी क होनी चाहिए है, ये कौन डिसाइड करेगा, ये लॉ डिसाइड करेगा। कि इंडिया एब्सोल्यूट लिबर्टी प्रोवाइड करने वाला कंट्री है, नहीं, इंडिया एब्सोल्यूट लिबर्टी नहीं प्रोवाइड करता। लिबर्टी की डेफिनेशन डिसाइड किहदे थ्रू की जाती है, डिसाइडेड बाय द लॉ। लॉ डिसाइड करेगा कि तुहानूं किन्नी लिबर्टी हैगी है, किन्नी लिबर्टी नहीं हैगी है, राइट। अच्छा, एब्सेंस ऑफ रिस्ट्रेंट। देखो इत्थे एब्सेंस नहीं आएगा, बेसिकली अपन रिस्ट्रेंट बोलांगे इसनूं कि जिहड़ी लिबर्टी हैगी आ अपन नूं रिस्ट्रेंट मैनर दे विच प्रोवाइड कीती हुई है। इस दे उपर एक क्वेश्चन है जिहड़ा यूपीएससी दे विच पूछा गया सी रिस्ट्रेंट वर्ड यूज करके, ठीक है। तां इहनूं आपां देखदे हां, रिस्ट्रेंट लिबर्टी। रिस्ट्रेंट लिबर्टी दा मतलब ओही है कि एक कंट्रोल और काम मैनर दे विच ही तुहानूं लिबर्टी है जिहड़ी की कीती जाएगी, प्रोवाइड कीती जाएगी। और कंट्रोल एंड काम मैनर जिहड़ा हैगा इहदी डेफिनेशन कौन डिसाइड करेगा, लॉ डिसाइड करेगा, ठीक है। ऐदां तुसीं किसी दे भी जाके थप्पड़ मार दो तां इह तां तुसीं कहोगे साडी तां लिबर्टी है, साडा कॉन्स्टिट्यूशन सानूं लिबर्टी दे रहा, बट नहीं,
ਲਿਬਰਟੀ ਲਾਅ ਡਿਸਾਈਡ ਕਰੇਗਾ। ਲਾਅ ਕਹਿੰਦਾ ਹੈਗਾ ਕਿ ਤੁਸੀਂ ਕਿਸੇ ਨੂੰ ਇਨਸਲਟ ਨਹੀਂ ਕਰ ਸਕਦੇ, ਕਿਸੇ ਦੀ ਸੈਲਫ ਰਿਸਪੈਕਟ ਦੇ ਉੱਪਰ ਨਹੀਂ ਜਾ ਸਕਦੇ ਹੈਗੇ। ਅਗਰ ਤੁਸੀਂ ਜਾਓਗੇ ਤਾਂ ਸਾਹਮਣੇ ਵਾਲਾ ਤੁਹਾਡੇ ਉੱਪਰ ਕੇਸ ਕਰ ਸਕਦਾ ਹੈਗਾ। ਪਰ ਜੇ ਤੁਸੀਂ ਇਸ ਤਰੀਕੇ ਨਾਲ ਕਹੋਗੇ ਕਿ ਕੰਪਲੀਟ ਲਿਬਰਟੀ ਹੋਏਗੀ ਤਾਂ ਇੰਡੀਆ 'ਚ ਬਹੁਤ ਸਾਰਾ ਕ੍ਰਾਈਮ ਤੇ ਕਰਪਸ਼ਨ ਹੈ ਜਿਹੜੀ ਉਹ ਵੱਧ ਜਾਏਗੀ। ਤਾਂ ਕਰਕੇ ਆਪਾਂ ਕਹਿੰਦੇ ਆ ਕਿ ਰਿਸਟ੍ਰੇਨਡ ਮੈਨਰ ਦੇ ਵਿੱਚ ਲਿਬਰਟੀ ਹੈ ਜਿਹੜੀ ਕੀ ਕੀਤੀ ਹੋਈ ਹੈ, ਪ੍ਰੋਵਾਈਡ ਹੈ ਜਿਹੜੀ ਕੀਤੀ ਹੋਈ ਹੈ। ਕਲੀਅਰ? ਚਲੋ ਅੱਛਾ, ਹੁਣ ਇਹ ਸਾਰੇ ਇੰਪੋਰਟੈਂਟ ਕੀਵਰਡ ਸੀਗੇ, ਇਹ ਆਪਾਂ ਨੇ ਦੇਖ ਲਏ ਹੈਗੇ ਨੇ। ਹੁਣ ਥੋੜਾ ਜਿਹਾ ਆਪਾਂ ਇੱਥੇ ਵੀ ਡਿਸਕਸ ਕਰ ਲੈਣੇ ਹੈਗੇ ਆ। ਦੋ ਕੇਸਿਸ ਦੇ ਬਾਰੇ ਗੱਲ ਕੀਤੀ ਹੋਈ ਹੈ, ਇੱਕ ਤਾਂ ਬੇਰੂਬੇਰੀ ਕੇਸ 1960। ਹੁਣ ਦੇਖੋ ਕੀ ਹੋਇਆ, ਜਦੋਂ ਫਸਟ ਪੇਜ ਦੇ ਉੱਪਰ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਪ੍ਰੀਐਮਬਲ ਲਿਖਿਆ ਹੋਇਆ ਸੀਗਾ ਤਾਂ ਇਹ ਕੁਐਸਚਨ ਉੱਠਿਆ ਕਿ ਪ੍ਰੀਐਮਬਲ ਬਾਕੀ ਸਾਰੇ ਕਨਸਟੀਟਿਊਸ਼ਨ ਦਾ ਪਾਰਟ ਹੈਗਾ ਜਾਂ ਨਹੀਂ ਹੈਗਾ। ਤਾਂ 1960 ਦੇ ਵਿੱਚ ਬੇਰੂਬੇਰੀ ਕੇਸ ਦੇ ਵਿੱਚ ਸੁਪਰੀਮ ਕੋਰਟ ਨੇ ਇਸ ਚੀਜ਼ ਨੂੰ ਵਰਡਿਕਟ ਦਿੱਤਾ। ਸੁਪਰੀਮ ਕੋਰਟ ਨੇ ਬੇਸਿਕਲੀ ਕਿ ਜਿਹੜਾ ਪ੍ਰੀਐਮਬਲ ਹੈਗਾ ਉਹ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈਗਾ। ਜੇ ਇੰਡੀਅਨ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈਗਾ ਤਾਂ ਆਪਾਂ ਪ੍ਰੀਐਮਬਲ ਨੂੰ ਕੀ ਨਹੀਂ ਕਰ ਸਕਦੇ, ਅਮੈਂਡ ਨਹੀਂ ਕਰ ਸਕਦੇ। ਦੇਖੋ ਆਪਣਾ ਜਿਹੜਾ ਕਨਸਟੀਟਿਊਸ਼ਨ ਹੈਗਾ ਉਹ ਕੋਈ ਰਿਜਿਡ ਕਨਸਟੀਟਿਊਸ਼ਨ ਨਹੀਂ ਹੈਗਾ, ਉਹ ਇੱਕ ਫਲੈਕਸੀਬਲ ਕਨਸਟੀਟਿਊਸ਼ਨ ਹੈਗਾ। ਉਹਦੇ ਵਿੱਚ ਆਪਾਂ ਕੀ ਕਰ ਸਕਦੇ ਹਾਂ, ਅਮੈਂਡਮੈਂਟ ਕਰ ਸਕਦੇ ਹਾਂ ਆਰਟੀਕਲ 368 ਦੇ ਤਹਿਤ। ਬਟ ਜਦੋਂ 1960 ਦੇ ਵਿੱਚ ਬੇਰੂਬੇਰੀ ਕੇਸ ਦੇ ਵਿੱਚ ਸੁਪਰੀਮ ਕੋਰਟ ਦਾ ਇਹ ਵਰਡਿਕਟ ਆਇਆ ਕਿ ਜਿਹੜਾ ਆਪਣਾ ਪ੍ਰੀਐਮਬਲ ਹੈਗਾ ਉਹ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈਗਾ, ਤਾਂ ਮੀਨਸ ਜੇ ਕਨਸਟੀਟਿਊਸ਼ਨ ਦਾ ਪਾਰਟ ਨਹੀਂ ਹੈਗਾ ਤਾਂ ਆਪਾਂ ਉਸ ਦੇ ਵਿੱਚ ਅਮੈਂਡਮੈਂਟ ਹੈ ਜਿਹੜੀ ਉਹ ਨਹੀਂ ਕਰ ਸਕਦੇ। ਪਰ ਲੇਟਰ ਔਨ ਇੱਕ ਕੇਸ ਆਇਆ, ਠੀਕ ਹੈ, ਕੇਸ਼ਵ ਨੰਦਾ ਭਾਰਤੀ ਕੇਸ ਵਰਸਸ ਸਟੇਟ ਆਫ ਕੇਰਲਾ 1973 ਦੇ ਵਿੱਚ, ਜਿਹਦੇ ਵਿੱਚ ਸੁਪਰੀਮ ਕੋਰਟ ਵੱਲੋਂ ਇਹ ਵਰਡਿਕਟ ਦਿੱਤਾ ਗਿਆ ਕਿ ਜਿਹੜਾ ਪ੍ਰੀਐਮਬਲ ਹੈਗਾ ਉਹ ਇੰਟੈਗਰਲ ਪਾਰਟ ਹੈਗਾ ਕਿਦਾ, ਆਪਣੇ ਇੰਡੀਅਨ ਕਨਸਟੀਟਿਊਸ਼ਨ ਦਾ। ਰਾਈਟ, ਇੰਡੀਅਨ ਕਨਸਟੀਟਿਊਸ਼ਨ ਦਾ ਜੇ ਇੰਟੈਗਰਲ ਪਾਰਟ ਹੈਗਾ ਤਾਂ ਜਿੱਦਾਂ ਆਪਾਂ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਅਮੈਂਡਮੈਂਟ ਕਰ ਸਕਦੇ ਹਾਂ, ਸਿਮਿਲਰ ਵੇ ਦੇ ਨਾਲ ਆਪਾਂ ਕੀ ਕਰ ਸਕਦੇ ਹਾਂ, ਪ੍ਰੀਐਮਬਲ ਦੇ ਵਿੱਚ ਵੀ ਅਮੈਂਡਮੈਂਟ ਹੈ ਜਿਹੜੀ ਉਹ ਕਰ ਸਕਦੇ ਹਾਂ। ਤਾਂ 1973 ਤੋਂ ਬਾਅਦ ਹੀ ਫਿਰ 1976 ਦੇ ਵਿੱਚ 42nd ਕਨਸਟੀਟਿਊਸ਼ਨ ਅਮੈਂਡਮੈਂਟ 1976 ਦੇ ਵਿੱਚ ਇੰਦਰਾ ਗਾਂਧੀ ਸਰਕਾਰ ਨੇ 3 ਵਰਡ ਸੀਗੇ ਜਿਹੜੇ ਆਪਾਂ ਨੇ ਡਿਸਕਸ ਵੀ ਕੀਤੇ ਸੀ, SSI ਹੁਣੀ, ਠੀਕ ਹੈ, ਇਹ ਕੀ ਕੀਤੇ ਸੀਗੇ, ਐਡ ਆ ਜਿਹੜੇ ਕੀਤੇ ਸੀ। ਇੱਕ ਇੰਟੀਗ੍ਰਿਟੀ ਕੀਤਾ ਸੀ, ਆਪਾਂ ਨੇ ਉੱਪਰ ਦੇਖੇ ਸੀਗੇ, ਇੱਕ ਤਾਂ ਇੰਟੀਗ੍ਰਿਟੀ ਕੀਤਾ ਸੀਗਾ, ਇੱਕ ਸੋਸ਼ਲਿਸਟ ਕੀਤਾ ਸੀਗਾ ਔਰ ਇੱਕ ਸੈਕੂਲਰ। ਇੱਕ ਦੋ ਕਿੱਦਾਂ ਯਾਦ ਰੱਖਦੇ ਆਪਾਂ ਨੂੰ, SSI ਤੋਂ ਕੀ ਸੀਗਾ, ਇੰਟੀਗ੍ਰਿਟੀ। ਤਾਂ ਇਹ 3 ਵਰਡ ਲੇਟਰ ਔਨ ਬਾਅਦ ਵਿੱਚ ਜਿੱਦਾਂ ਹੀ ਵਰਡਿਕਟ ਆਇਆ ਕਿ ਇੰਟੈਗਰਲ ਪਾਰਟ ਹੈਗਾ, ਫਿਰ ਉਸ ਤੋਂ ਬਾਅਦ ਕੀ ਕੀਤੇ ਗਏ ਸੀਗੇ, ਕਨਸਟੀਟਿਊਸ਼ਨ ਦੇ ਵਿੱਚ ਆਪਣੇ ਪ੍ਰੀਐਮਬਲ ਦੇ ਵਿੱਚ ਪ੍ਰੀਐਮਬਲ ਨੂੰ ਅਮੈਂਡ ਕੀਤਾ ਗਿਆ ਸੀ। ਹੁਣ ਤੱਕ ਪ੍ਰੀਐਮਬਲ ਨੂੰ ਜਸਟ ਇੱਕ ਵਾਰ ਹੀ ਕੀ ਕੀਤਾ ਗਿਆ, ਅਮੈਂਡ ਹੈ ਜਿਹੜਾ ਕੀਤਾ ਗਿਆ। ਇਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਸਟੇਟਮੈਂਟ ਬਣਾ ਕੇ, ਠੀਕ ਹੈ ਜੀ। ਚਲੋ ਹੁਣ ਆਪਾਂ ਇਸ ਨੂੰ ਤਾਂ ਦੇਖ ਲਿਆ, ਹੁਣ ਆਪਾਂ ਅੱਗੇ ਸਮਝਦੇ ਹੈਗੇ ਹੋਰ ਕੀ ਕੀ ਚੀਜ਼ਾਂ ਨੇ ਜਿਹੜੀਆਂ ਇੱਥੇ ਲਿਖੀਆਂ ਹੋਈਆਂ ਨੇ। ਇੱਥੇ ਸੈਕੰਡ ਕੈਬਨਿਟ ਮਿਸ਼ਨ ਨਹੀਂ ਆਏਗਾ, ਇੱਥੇ ਕੈਬਨਿਟ ਮਿਸ਼ਨ ਹੀ ਆਏਗਾ। ਇਹਨੂੰ ਥੋੜਾ ਜਾਂ ਕਰੈਕਟ ਕਰ ਲਿਓ ਕਿ ਦੇਖੋ ਹੁਣ ਆਪਾਂ ਨੂੰ ਗੱਲ ਇਹ ਹੈ ਕਿ ਆਪਾਂ ਨੇ ਜਿਹੜਾ ਕਨਸਟੀਟਿਊਸ਼ਨ ਸੀਗਾ, ਆਪਣੀ ਕਨਸਟੀਟਿਊਸ਼ਨ ਅਸੈਂਬਲੀ ਜਦੋਂ ਬਣ ਗਈ, ਕਦੋਂ ਬਣੀ ਹੈ, ਜਦੋਂ ਕੈਬਨਿਟ ਮਿਸ਼ਨ ਪਲਾਨ ਇੰਡੀਆ ਦੇ ਵਿੱਚ ਆਇਆ 1946 ਦੇ ਵਿੱਚ। ਤਾਂ ਕੈਬਨਿਟ ਮਿਸ਼ਨ ਪਲਾਨ ਨੇ ਕੀ ਕੀਤਾ, ਆਪਣੀ ਕਨਸਟੀਟਿਊਸ਼ਨ ਅਸੈਂਬਲੀ ਬਣਾਉਣ ਦੀ ਪਰਮਿਸ਼ਨ ਦਿੱਤੀ। ਤਾਂ ਜੇ ਅਗਰ ਤੁਹਾਨੂੰ ਇਹ ਕੁਐਸਚਨ ਬਣਦਾ ਹੈਗਾ ਕਿ ਉਹ ਕੌਣ ਸੀਗੇ ਸੈਂਕਸ਼ਨ ਦੇਣ ਵਾਲੇ ਕਿ ਆਪਾਂ ਨੇ ਇੰਡੀਅਨ ਕਨਸਟੀਟਿਊਸ਼ਨ ਰਾਈਟ ਕਰ ਲਿਆ, ਕਿਉਂਕਿ 1946 ਆਪਾਂ ਪੜ੍ਹਦੇ ਹਾਂ ਕਿ 2 ਸਾਲ 11 ਮਹੀਨੇ 18 ਦਿਨ ਲੱਗੇ ਆਪਣੇ ਇੰਡੀਅਨ ਕਨਸਟੀਟਿਊਸ਼ਨ ਨੂੰ ਬਣਨ ਲਈ। ਤਾਂ ਸੈਂਕਸ਼ਨ ਅਥਾਰਟੀ ਕੌਣ ਸੀਗੀ ਜਿਹਨੇ ਕਨਸਟੀਟਿਊਸ਼ਨ ਲਿਖਣ ਦੀ ਪਰਮਿਸ਼ਨ ਹੈ ਜਿਹੜੀ ਦਿੱਤੀ, ਤਾਂ ਇਹ ਚੀਜ਼ ਪਤਾ ਹੋਣੀ ਚਾਹੀਦੀ ਆ। ਕੈਬਨਿਟ ਮਿਸ਼ਨ ਪਲਾਨ ਨੇ ਕੀ ਕੀਤਾ ਹੈਗਾ ਜੀ, ਆਪਣੀ ਕਨਸਟੀਟਿਊਸ਼ਨ ਲਿਖਣ ਦੀ ਪਰਮਿਸ਼ਨ ਦਿੱਤੀ ਹੈਗੀ ਹੈ। ਹੁਣ ਗੱਲ ਆਂਦੀ ਹੈਗੀ ਹੈ ਕਿ ਅਗਰ ਆਪਾਂ ਪ੍ਰੀਐਮਬਲ ਨੂੰ ਦੇਖੀਏ ਤਾਂ ਦੇਖੋ ਆਪਾਂ ਨੇ ਤਾਂ ਮਤਲਬ 1946 ਦੇ ਵਿੱਚ ਕਨਸਟੀਟਿਊਸ਼ਨ ਲਿਖਣਾ ਸ਼ੁਰੂ ਕਰ ਦਿੱਤਾ ਸੀਗਾ, ਪਰ ਉਸ ਟਾਈਮ ਆਪਾਂ ਆਜ਼ਾਦ ਨਹੀਂ ਸੀਗੇ। ਔਰ ਇੱਥੇ ਆਪਾਂ ਲਿਖਦੇ ਹੈਗੇ ਵੀ ਦਾ ਪੀਪਲ ਆਫ ਇੰਡੀਆ। ਤਾਂ ਕਿਉਂ ਲਿਖਦੇ ਆ, ਕੀ ਲੋਕਾਂ ਕੋਲੇ ਸਾਰੀ ਪਾਵਰ ਆ ਗਈ ਸੀਗੀ? ਨਹੀਂ ਆਈ ਸੀਗੀ, ਠੀਕ ਹੈ। ਉਸ ਟਾਈਮ ਦੇ ਵਿੱਚ ਜਸਟ ਇੱਕ ਪਰਮਿਸ਼ਨ ਮਿਲੀ ਸੀਗੀ। ਪਰ ਇੱਥੇ ਆਪਾਂ ਕਿਉਂ ਲਿਖਦੇ ਆ, ਕਿਉਂਕਿ ਆਪਾਂ ਨੇ ਸਟਾਰਟਿੰਗ 'ਚ ਹੀ ਪੜ੍ਹਿਆ ਸੀਗਾ ਇਹ ਅਰਲੀਅਰ ਦੇ ਵਿੱਚ ਜਿਹੜਾ ਪਲਾਨ ਨਹੀਂ ਕੀਤਾ ਗਿਆ ਸੀ। ਜਿੱਦਾਂ ਹੀ ਆਪਣਾ ਕਨਸਟੀਟਿਊਸ਼ਨ ਕੰਪਲੀਟ ਹੋਇਆ, ਆਫਟਰ ਦੈਟ ਕੀ ਹੋਇਆ ਜੀ, ਇਹ ਆਬਜੈਕਟਿਵ ਕਹਿ ਲਓ ਜਾਂ ਆਈ ਕਾਰਡ ਕਹਿ ਲਓ ਜਾਂ ਕੀ ਨੋਟ ਕਹਿ ਲਓ ਜਾਂ ਹੋਰੋਸਕੋਪ ਕਹਿ ਲਓ, ਇਸ ਨੂੰ ਲੇਟਰ ਔਨ ਕਨਸਟੀਟਿਊਸ਼ਨ ਮਤਲਬ ਐਨਫੋਰਸ ਕਰਨ ਤੋਂ ਪਹਿਲਾਂ ਇਸ ਨੂੰ ਕੀ ਕੀਤਾ ਗਿਆ ਜੀ, ਆਪਣੇ ਕਨਸਟੀਟਿਊਸ਼ਨ ਦੇ ਵਿੱਚ ਪਾਇਆ ਗਿਆ। ਤਾਂ ਹੀ ਇੱਥੇ ਲਿਖਿਆ ਹੈ ਵੀ ਦਾ ਪੀਪਲ ਆਫ ਇੰਡੀਆ, ਅਸੀਂ ਭਾਰਤ ਦੇ ਜਿਹੜੇ ਨਾਗਰਿਕ ਹੈਗੇ ਆ, ਵੀ ਦਾ ਪੀਪਲ ਆਫ ਇੰਡੀਆ, ਠੀਕ ਹੈ। ਕੀ ਕਰ ਰਹੇ ਹੈਗੇ ਆ, ਇਸ ਕਨਸਟੀਟਿਊਸ਼ਨ ਨੂੰ, ਇੰਡੀਆ ਨੂੰ ਸੋਵਰਾਈਨ ਸੋਸ਼ਲਿਸਟ ਸੈਕੂਲਰ ਡੈਮੋਕ੍ਰੈਟਿਕ ਰਿਪਬਲਿਕ ਔਰ ਆਪਣੇ ਜਿੰਨੇ ਵੀ ਸਾਰੇ ਸਿਟੀਜ਼ਨਸ ਨੇ ਉਹਨਾਂ ਨੂੰ ਸਿਕਿਉਰ ਕਰਕੇ ਇਹ ਸਾਰੇ ਏਮਸ ਅਸੀਂ ਫਰਦਰ ਆਪਣੇ ਆਪ ਲਈ ਕ੍ਰੀਏਟ ਕਰ ਰਹੇ ਹਾਂ। ਔਰ 26 ਨਵੰਬਰ 1949 ਨੂੰ ਅਸੀਂ ਆਪਣਾ ਜਿਹੜਾ ਕਨਸਟੀਟਿਊਸ਼ਨ ਹੈਗਾ ਉਸ ਨੂੰ ਅਡਾਪਟ, ਐਨੈਕਟ ਐਂਡ ਆਪਣੇ ਆਪ ਨੂੰ ਕੀ ਕਰਦੇ ਹੈਗੇ, ਸਮਰਪਿਤ ਹੈ ਉਹ ਕਰਦੇ ਹੈਗੇ। ਕਲੀਅਰ? ਤਾਂ ਇਹ ਮੇਜਰ ਕੀ ਲਿਖਿਆ ਹੋਇਆ ਆਪਣੇ ਪ੍ਰੀਐਮਬਲ ਦੇ ਵਿੱਚ ਲਿਖਿਆ ਹੋਇਆ। ਚਲੋ
ਤਾਂ ਉਸ ਟਾਈਮ ਦੇ ਵਿੱਚ ਕੀ ਸੀਗਾ, ਆਪਣੇ ਕੈਬਨਿਟ ਮਿਸ਼ਨ ਪਲਾਨ ਨੇ ਕੀ ਕੀਤਾ ਸੀ, ਆਪਾਂ ਨੂੰ ਕਨਸਟੀਟਿਊਸ਼ਨ ਰਾਈਟ ਕਰਨ ਦੀ ਪਰਮਿਸ਼ਨ ਦਿੱਤੀ ਸੀਗੀ, ਪਰ ਉਸ ਟਾਈਮ ਦੇ ਵਿੱਚ ਆਪਾਂ ਨੇ ਪਹਿਲਾ ਪੇਜ ਪ੍ਰੀਐਮਬਲ ਨਹੀਂ ਲਿਖਿਆ। ਲੇਟਰ ਔਨ ਇਸ ਨੂੰ ਕੀ ਕੀਤਾ ਗਿਆ ਜੀ, ਪਲਾਨ ਹੈ ਜਿਹੜਾ ਉਹ ਕੀਤਾ ਗਿਆ। ਉਦੋਂ ਤੱਕ ਅਥਾਰਟੀ ਕਿਹਦੇ ਕੋਲ ਆ ਗਈ ਸੀਗੀ, ਆਪਣੇ ਕੋਲੇ ਆ ਗਈ ਸੀ, ਆਪਣਾ ਦੇਸ਼ ਹੈ ਜਿਹੜਾ ਆਜ਼ਾਦ ਹੈ ਉਹ ਹੋ ਚੁੱਕਿਆ ਸੀ। ਤਾਂ ਕਰਕੇ ਆਪਾਂ ਨੇ ਇੱਥੇ ਲਿਖਿਆ ਵੀ ਦਾ ਪੀਪਲ ਆਫ ਇੰਡੀਆ। ਕਲੀਅਰ। ਚਲੋ ਅੱਛਾ, सोर्स ऑफ पावर, हुण गल आंदी है कि कॉन्स्टिट्यूशन दी अगर पावर दा सोर्स कौन हैगा, ये बहुत इंपॉर्टेंट क्वेश्चन हैगा, तो तुसी ध्यान दे विच रखना हैगा। कॉन्स्टिट्यूशन दी जिहड़ी पावर हैगी वो मेन कित्थों आंदी है, वी द पीपल, लोकतंत्र। आपां कहने कि इंडिया एक डेमोक्रेटिक कंट्री हैगा है, तां कॉन्स्टिट्यूशन दा जिहड़ा पावर ऑफ सोर्स हैगा वो कौन हैगा, पीपल। कि यह पहलां तो ही सीगा, ਪਹਿਲਾਂ ਤੋਂ ਹੀ ਵੀ ਦਾ ਪੀਪਲ ਸੀਗਾ, ਨਹੀਂ। ਜਿੱਦਾਂ ਆਪਾਂ ਨੇ ਡਿਸਕਸ ਕੀਤਾ 1946 ਦੇ ਵਿੱਚ ਜਦੋਂ ਕਨਸਟੀਟਿਊਸ਼ਨ ਲਿਖਣਾ ਸ਼ੁਰੂ ਹੋਇਆ ਉਦੋਂ ਵੀ ਦਾ ਪੀਪਲ ਨਹੀਂ ਸੀਗਾ, ਕਿਉਂਕਿ ਆਪਾਂ ਇੰਡੀਪੈਂਡੈਂਟ ਨਹੀਂ ਸੀਗੇ। ਪਰ ਇਹ ਕਿਉਂਕਿ ਇੰਡੀਆ ਇੰਡੀਪੈਂਡ ਹੋਇਆ ਲੇਟਰ ਔਨ, ਬਾਅਦ ਵਿੱਚ ਇਸ ਨੂੰ ਐਡ ਕੀਤਾ ਗਿਆ, ਤਾਂ ਆਪਾਂ ਬੋਲਦੇ ਹਾਂ ਕਿ ਜਿਹੜੀ ਆਪਣੀ ਸੋਰਸ ਆਫ ਪਾਵਰ ਹੈਗੀ ਆ ਉਹ ਕੌਣ ਹੈਗਾ, ਵੀ ਦਾ ਪੀਪਲ, ਆਪਾਂ ਖੁਦ। ਠੀਕ ਹੈ ਜੀ। ਚਲੋ अच्छा, कि इंडियन कंप्लीट सोवराइन ने, नहीं, एब्सोल्यूट सोवराइन नहीं है। अपने पहला भी देखा, हाँ, इंडिया एक एब्सोल्यूट सोवराइन नेशन हैगा, और इंडियन की सोवरेनिटी कित्थे देखी जा सकती है, वोटिंग, जिथे उन्होंने कोले फुल फ्लैज अधिकार हैगा कि अपनी मर्जी के नाल वो की कर सकन, अपना नेता है जिहड़ा वो चुन सकन। ठीक है। इत्थे इंडियन जिहड़े सिटीजन है उत्थे सोवरेनिटी देखी जा सकती है, पर वैसे इंडियन सिटीजन एब्सोल्यूट सोवराइन नहीं हैगे। हाँ, बट इंडिया कंप्लीट या एब्सोल्यूट सोवराइन है जिहड़ा वो हैगा। होपफुली सोवराइन का मतलब हुण तुहानूं समझ आ रहा होगा, क्योंकि आप पीछे डिस्कस कर चुके हैं। कॉन्स्टिट्यूशन ऑफ इंडिया क्रिएट लिमिट्स टू गवर्नमेंट। हुण देखो, फॉर एग्जाम्पल डेमोक्रेसी है, आपां ने अपने नेता चुने, नेता अपनी मर्जी के नाल लॉ बना लेंगे, कुछ भी कर लेंगे, नहीं। जिन्ना भी सिस्टम चल रहा हैगा, जो भी चल रहा है, जुडिशरी जिहड़ा भी एक डिसीजन दिंदी हैगी, वर्डिक्ट दिंदी हैगी, किस दे अकॉर्डिंग दिंदी है, अकॉर्डिंग टू कॉन्स्टिट्यूशन। लॉ किस अकॉर्डिंग बनते हैं, अकॉर्डिंग टू कॉन्स्टिट्यूशन। सिस्टम किस तरीके नाल चलदा, अकॉर्डिंग टू कॉन्स्टिट्यूशन। तो अपने पास फंडामेंटल लॉ ऑफ लैंड कौन हैगा, फंडामेंटल लॉ ऑफ लैंड कौन हैगा, तो अपनी हैगा जी कॉन्स्टिट्यूशन। ठीक है जी। ये चीज़ नूं भी तुसीं ध्यान दे विच रखना। देखो लिखा है फंडामेंटल लॉ ऑफ लैंड। ये क्वेश्चन पूछा गया है कि फंडामेंटल लॉ ऑफ लैंड कौन है, सुप्रीम कोर्ट है, पार्लीमेंट है, कौन है, तो फंडामेंटल लॉ ऑफ लैंड कौन है, कॉन्स्टिट्यूशन है। क्योंकि हर चीज, हर सरकार, पार्लीमेंट सिस्टम, जुडिशरी सिस्टम, एग्जीक्यूटिव सिस्टम, लैजिस्लेटिव सिस्टम किहदे अकॉर्डिंग चल रहा, कॉन्स्टिट्यूशन के अकॉर्डिंग। क्लियर, समझ आ गई। चलो, तो ये अपने देख लिया हैगा। कॉन्स्टिट्यूशन ऑफ इंडिया क्रिएट लिमिट्स टू गवर्नमेंट। ऑब्वियसली सरकारां किहदे अकॉर्डिंग चल रही हैं, कॉन्स्टिट्यूशन तक। कॉन्स्टिट्यूशन एक लिमिट किहदे उपर लगाई हुई है, सरकारां दे उपर भी एक लिमिट लगाई हुई है। ठीक है जी। अच्छा, डेमोक्रेसी गवर्नमेंट कैन पास एनी टाइप ऑफ लॉ इफ नॉट रिपब्लिक सो वी आर डेमोक्रेटिक। ਇਹਦਾ मतलब देखो की हैगा, ਇਹਦਾ मतलब ਇਹ हैगा कि डेमोक्रेसी ਜਿਹੜੀ गवर्नमेंट हैगी ਕਿਸੇ भी टाइप ਦਾ लॉ है ਜਿਹੜਾ पास कर सकती है। ठीक है जी। बट उसनों चैक एंड बैलेंस करने लिए कौन बैठा है, जुडिशरी बैठी है। ठीक है, कि वो कॉन्स्टिट्यूशन के अकॉर्डिंग है या कॉन्स्टिट्यूशन के अगेंस्ट है, इसनों चैक कौन करेगा, ये जुडिशरी बैठी है। इस तो बिना इंडिया की हैगा एक रिपब्लिक कंट्री हैगा, जिहदा की होएगा एक अपने पास हैड होएगा, पर इस इलैक्टेड हैड के उपर भी की होएगी, एक लिमिट लगी होएगी। ये इलैक्टेड हैड है जिहड़ा प्रेजिडेंट है, जो फर्स्ट सिटीजन ऑफ इंडिया जिसनों बोलिया जाता, वो भी किदे बियॉन्ड नहीं जा सकता, कॉन्स्टिट्यूशन ऑफ इंडिया के बियॉन्ड नहीं जा सकता। तो इत्थों पता लगता कि अपना फंडामेंटल लॉ ऑफ लैंड कौन हैगा, ये हैगा जी अपना कॉन्स्टिट्यूशन हैगा। क्लियर। अच्छा, उस तो बाद अपना सैकुलर वर्ड जिहड़ा हैगा ओह 42 आएगा जी। इत्थे 42 कॉन्स्टिट्यूशन अमेंडमेंट 1976 दे विच की कीता गया सी, ऐड किया गया सी। हुण देखो, हुण आपां की कह रहे हैं भी ये जिहड़े तीन वर्ड ने SSI, ठीक है, एक सैकुलर हो गया, ठीक है, एक इंटीग्रिटी हो गया, ये जिहड़े वर्ड हैगे ने, एक सोशलिस्ट हो गया, है ना। तो यह वर्ड इंदिरा गांधी सरकार ने ऐड किए सी। मैं जिदा ही बोलिया कि यह वर्ड की अपने फाउंडिंग फादर ने ऐड नहीं किए सी। यस, अपने फाउंडिंग फादर ने इन्हां वर्ड्स नूं ऐड कर दिता गया किता सीगा, बट इन अनदर फॉर्म। हुण आपां समझदे हैं कि अनदर फॉर्म वो कित्थे है, कित्थे दिखदी हैगी अनदर फॉर्म। चलो देखो, हैज़ नो कॉन्स्टिट्यूशन। देखो जिहड़े तीन वर्ड किते सी, इन्हां दा कोई अपना कॉन्स्टिट्यूशनल सिग्निफिकेंस नहीं सीगा, जिद्दां मैं दस्सिया एक पॉलिटिकल स्टंट सीगा भी जिहड़े तीन वर्ड ये ऐड किते सी। हुण ये डॉक्टर अंबेडकर ने लिखिया होया ऑलरेडी क्लीयर द मीनिंग ऑफ सैकुलर बाय राइटिंग। उन्होंने सैकुलर का मतलब ऑलरेडी क्लीयर करता सीगा। देखो सैकुलर का मतलब कित्थों क्लीयर होंदा है, लिबर्टी। कित्थे दिख रहा, बिलीफ, फेथ एंड वर्शिप। सैकुलर का मतलब की होंदा कि इंडिया एक धर्म निरपक्ष राज है, इंडिया किसी धर्म का जिहड़ा फेवर है वो नहीं करेगा। तो मतलब इत्थे लिबर्टी हैगी है,
की करन दी, बिलीव विश्वास रखण दी, फेथ रखण दी, वर्शिप करन दी। ਤਾਂ ਇੱਕ ਤਰੀਕੇ ਨਾਲ ਆਪਣੇ ਫਾਊਂਡਿੰਗ ਫਾਦਰ ਬੀ ਆਰ ਅੰਬੇਦਕਰ ਨੇ ਸੈਕੂਲਰਿਜ਼ਮ ਦਾ ਮਤਲਬ ਇੱਥੇ ਹੀ ਇਹਨਾਂ ਤਿੰਨ ਵਰਡਸ ਦੇ ਵਿੱਚ ਆਪਾਂ ਨੂੰ ਸ਼ੋ ਕੀਤਾ ਜਾਂਦਾ, ਇਹ ਇੱਥੇ ਆਪਾਂ ਨੂੰ ਇੰਡੀਅਨ ਸੈਕੂਲਰਿਜ਼ਮ ਹੈ ਜਿਹੜੀ ਉਹ ਦਿਖਦੀ ਹੈਗੀ ਹੈ। ਕਲੀਅਰ? ਅੱਛਾ, ਹੁਣ ਅਗਰ ਆਪਾਂ ਸੇਮ ਕੇਸ ਇਨ ਦਾ ਵਰਲਡ ਇਕੁਐਲਿਟੀ ਹੈ ਨਾ, ਇਕੁਐਲਿਟੀ ਦੇ ਵਿੱਚ ਅਗਰ ਆਪਾਂ ਦੇਖੀਏ ਤਾਂ स्टेटस एंड अपॉर्चुनिटी है ना, हुण आपां थोड़ा प्रियंबल नूं देखदे हां। स्टेटस एंड अपॉर्चुनिटी ये दो वर्ड्स जिहड़े इक्वैलिटी हैगा, ठीक है, सोशलिस्ट आपां सॉरी वर्ड नूं कहिए तां सोशलिस्ट वर्ड आपां नूं कित्थे दिखदा हैगा, समाजिक। सोशलिस्ट दा मतलब की हुंदा समाजिक, समाज इक्वली आपां जिद्दां कहंदे आ कि सारे रिसोर्सिस दी अपॉर्चुनिटी सब नूं मिलनी चाहिदी है, तां स्टेटस एंड अपॉर्चुनिटी ਇਹ ਗੱਲ ਅੰਬੇਦਕਰ ਜੀ ਨੇ ਪਹਿਲਾਂ ਹੀ ਆਪਣੇ ਪ੍ਰੀਐਮਬਲ ਦੇ ਵਿੱਚ ਕਰਤੀ ਸੀ। ਲੇਟਰ ਔਨ ਇੰਦਰਾ ਗਾਂਧੀ ਸਰਕਾਰ ਨੇ ਸੋਸ਼ਲਿਸਟ ਵਰਡ ਨੂੰ ਕੀ ਕਰ ਦਿੱਤਾ ਗਿਆ, ਐਡ ਕਰ ਦਿੱਤਾ ਗਿਆ, ਜਦ ਕਿ ਇਹਦਾ ਅਗਰ ਆਪਾਂ ਟਵਿਸਟ ਵੇ ਦੇ ਨਾਲ ਮੀਨਿੰਗ ਦੇਖੀਏ ਇਹ ਆਪਾਂ ਨੂੰ ਇੱਥੇ ਹੀ ਹੈ ਜਿਹੜਾ ਇਨਡਾਇਰੈਕਟਲੀ ਸ਼ੋ ਹੈ ਜਿਹੜਾ ਹੋ ਰਿਹਾ ਹੈਗਾ। ਦੇਖੋ ਹੁਣ ਇਹਨੂੰ ਧਿਆਨ ਨਾਲ ਦੇਖੋ ਤਾਂ ਇਹ ਆਪਾਂ ਨੇ ਸਾਰੇ ਵਰਡਸ ਦੇ ਜਿਹੜੇ ਮਤਲਬ ਨੇ ਉਹ ਸਮਝ ਲਏ। ਜਸਟਿਸ ਸੋਸ਼ਲੀ ਇਕਨੋਮਿਕਲੀ ਐਂਡ ਪੋਲੀਟੀਕਲੀ ਹੋਣੀ ਚਾਹੀਦੀ ਹੈ, ਤਾਂ ਦੇਖੋ ਲਿਬਰਟੀ ਆਜ਼ਾਦੀ ਹੈਗੀ ਹੈ ਕਿਹਦੀ, ਥॉट्स ਦੀ, ਐਕਸਪ੍ਰੈਸ਼ਨ ਦੀ, ਠੀਕ ਹੈ, ਬਿਲੀਫ ਦੀ, ਫੇਥ ਦੀ ਐਂਡ ਵਰਸ਼ਿਪ ਦੀ, ਜਿਹੜੇ ਇਹ ਤਿੰਨ ਨੇ ਇਹ ਸੈਕੂਲਰਿਜ਼ਮ ਨੂੰ ਕੀ ਕਰ ਰਹੇ ਨੇ, ਇਨਡਾਇਰੈਕਟਲੀ ਸ਼ੋ ਕਰ ਰਹੇ ਨੇ। ਮਤਲਬ ਇੱਥੇ ਬੀ ਆਰ ਅੰਬੇਦਕਰ ਜੀ ਨੇ ਆਲਰੇਡੀ ਸੈਕੂਲਰਿਜ਼ਮ ਨੂੰ ਕੀ ਕੀਤਾ ਹੋਇਆ, ਇੱਕ ਏਮ ਹੈ ਜਿਹੜਾ ਕ੍ਰੀਏਟ ਹੈ ਕੀਤਾ ਹੋਇਆ, ਜਾਂ ਫਿਰ ਇਹ ਕਹਿ ਲਓ ਕਿ ਫੀਚਰ ਹੈ ਜਿਹੜਾ ਕ੍ਰੀਏਟ ਹੈ ਉਹ ਕੀਤਾ ਹੋਇਆ। ਅੱਛਾ, ਇਕੁਐਲਿਟੀ ਦੇ ਵਿੱਚ ਤਾਂ ਦੇਖੋ ਇਕੁਐਲਿਟੀ ਦੇ ਵਿੱਚ ਉਹਨਾਂ ਨੇ ਕੀ ਕਿਹਾ, ਸਟੇਟਸ ਐਂਡ ਅਪੋਰਚੁਨਿਟੀ, ਇਕੁਐਲਿਟੀ ਮਿਲੇਗੀ ਕਿਹਦੇ ਵਿੱਚ, ਸਟੇਟਸ ਐਂਡ ਅਪੋਰਚੁਨਿਟੀਜ਼। ਤਾਂ ਮਤਲਬ ਇੱਥੇ ਸੋਸ਼ਲਿਜ਼ਮ ਨੂੰ ਡਿਫਾਈਨ ਪਹਿਲਾਂ ਹੀ ਉਹਨਾਂ ਨੇ ਕਰ ਦਿੱਤਾ, ਠੀਕ ਹੈ ਜੀ। ਇੱਥੇ ਉਹਨਾਂ ਨੇ ਸੋਸ਼ਲਿਜ਼ਮ ਨੂੰ ਪਹਿਲਾਂ ਹੀ ਡਿਫਾਈਨ ਕੀਤਾ, ਜਿਹੜਾ ਕਿ ਲੇਟਰ ਔਨ ਇੱਥੇ ਜਾ ਕੇ ਆਪਣਾ ਇੰਦਰਾ ਗਾਂਧੀ ਸਰਕਾਰ ਨੇ ਇਸ ਨੂੰ ਕੀ ਕੀਤਾ ਸੀਗਾ, ਐਡ ਕੀਤਾ ਸੀ। ਅੱਛਾ, ਫਰਟਰਨਿਟੀ ਦਾ ਭਾਈ ਬ੍ਰਦਰਹੁੱਡ ਅਸ਼ੋਰਿੰਗ ਦਾ ਡਿਗਨਿਟੀ ਆਫ ਦਾ ਇੰਡੀਵਿਜੂਅਲ, ਇਹ ਆਲਰੇਡੀ ਪਹਿਲਾਂ ਹੀ ਸੀਗਾ, ਠੀਕ ਹੈ। ਤਾਂ ਡਿਗਨਿਟੀ ਆਫ ਇੰਡੀਵਿਜੂਅਲ ਦਾ ਵੀ ਧਿਆਨ ਰੱਖਿਆ ਜਾਏਗਾ, ਐਂਡ ਦਾ ਯੂਨਿਟੀ ਐਂਡ ਇੰਟੀਗ੍ਰਿਟੀ ਆਫ ਆਲ ਨੇਸ਼ਨ, ਇਹ ਵੀ ਚੀਜ਼ ਕੀ ਹੈ ਇੱਥੇ ਡਿਫਾਈਨ ਕੀਤੀ ਗਈ ਹੈ, ਅੱਗੇ ਆਪਾਂ ਨੇ ਦੇਖ ਲਿਆ ਹੈਗਾ, ਠੀਕ ਹੈ ਜੀ। ਤਾਂ ਮਤਲਬ ਇਹ ਸਾਰਾ ਕੀ ਹੈਗਾ, ਇਹ ਆਪਣਾ ਇੱਕ ਆਬਜੈਕਟਿਵ ਦਿਖਾਉਂਦਾ। ਹੁਣ ਦੇਖੋ ਪ੍ਰੀਐਮਬਲ ਨੂੰ ਪੜ੍ਹਨ ਤੋਂ ਬਾਅਦ, ਕੱਲੇ ਕੱਲੇ ਵਰਡ ਦਾ ਮੀਨਿੰਗ ਸਮਝਣ ਤੋਂ ਬਾਅਦ ਤਾਂ ਆਪਾਂ ਨੂੰ ਇੱਕ ਵਿਜ਼ਨ ਸਮਝ ਆਇਆ ਹੈਗਾ ਕਿ ਇੰਡੀਅਨ ਕਨਸਟੀਟਿਊਸ਼ਨ ਦਾ ਐਕਚੁਅਲ ਦੇ ਵਿੱਚ ਵਿਜ਼ਨ ਕੀ ਸੀਗਾ, ਠੀਕ ਹੈ। ਜਿਹੜੇ ਆਪਣੇ ਜਵਾਹਰ ਲਾਲ ਨਹਿਰੂ ਸੀਗੇ ਉਹਨਾਂ ਨੇ ਆਬਜੈਕਟਿਵ ਰੈਜ਼ੋਲੂਸ਼ਨ ਜਿਹੜਾ ਪਾਸ ਕੀਤਾ ਸੀਗਾ 9 ਦਸੰਬਰ ਨੂੰ ਪਹਿਲੀ ਮੀਟਿੰਗ ਹੋਈ ਸੀ, ਦੂਸਰੀ ਮੀਟਿੰਗ ਹੋਈ ਸੀ 11 ਦਸੰਬਰ ਨੂੰ। ਜਦੋਂ ਕੀ ਕੀਤਾ ਸੀ ਉਹਨਾਂ ਨੇ ਆਬਜੈਕਟਿਵ ਰੈਜ਼ੋਲੂਸ਼ਨ ਪਾਸ ਕੀਤਾ ਸੀ। ਉਹ ਆਬਜੈਕਟਿਵ ਰੈਜ਼ੋਲੂਸ਼ਨ ਕੀ ਸੀਗਾ, ਉਹ ਪ੍ਰੀਐਮਬਲ ਹੀ ਸੀਗਾ ਵੀ ਆਪਣਾ ਕਨਸਟੀਟਿਊਸ਼ਨ ਕਿੱਦਾਂ ਦਾ ਹੋਣਾ ਚਾਹੀਦਾ, ਇਹਦਾ ਇੱਕ ਵਿਜ਼ਨ ਕ੍ਰੀਏਟ ਕੀਤਾ ਗਿਆ ਸੀਗਾ। ਤਾਂ ਉਹ ਜਿਹੜਾ ਵਿਜ਼ਨ ਹੈ ਆਪਾਂ ਨੂੰ ਦਿਖਦਾ ਹੈਗਾ ਪ੍ਰੀਐਮਬਲ ਦੇ। ਪ੍ਰੀਐਮਬਲ ਦੇ ਵਰਡਸ ਦੱਸ ਰਹੇ ਨੇ ਆਪਾਂ ਨੂੰ, ਸੋਸ਼ਲਿਜ਼ਮ ਵਰਡ ਦੱਸ ਰਿਹਾ ਹੈਗਾ ਆਪਾਂ ਨੂੰ, ਠੀਕ ਹੈ, ਡੈਮੋਕ੍ਰੇਸੀ ਵਰਡ ਦੱਸ ਰਿਹਾ ਹੈਗਾ, ਰਿਪਬਲਿਕ ਵਰਡ ਦੱਸ ਰਿਹਾ ਹੈਗਾ। ਇਹਨਾਂ ਸਾਰੇ ਵਰਡਸ ਤੋਂ ਆਪਾਂ ਨੂੰ ਪਤਾ ਲੱਗਦਾ ਹੈਗਾ ਕਿ ਆਪਣਾ ਕਨਸਟੀਟਿਊਸ਼ਨ ਕਿਸ ਤਰੀਕੇ ਦਾ ਇੰਡੀਆ ਜਿਹੜਾ ਉਹ ਚਾਹੁੰਦਾ ਹੈਗਾ, ਜਾਂ ਉਸ ਟਾਈਮ ਦੇ ਵਿੱਚ ਚਾਹੁੰਦਾ ਸੀ, ਆਪਣੇ ਫਾਊਂਡਿੰਗ ਫਾਦਰ ਉਸ ਨੂੰ ਬਣਾਉਣਾ ਚਾਹੁੰਦੇ ਸੀਗੇ। ਕਲੀਅਰ? ਤਾਂ ਹੋਪਫੁਲੀ ਤੁਹਾਨੂੰ ਫਸਟ ਚੈਪਟਰ ਹੈ ਜਿਹੜਾ ਕਲੀਅਰ ਹੋ ਗਿਆ ਹੋਏਗਾ। ਇਸ ਦੀ ਮੈਂ ਇੱਕ MCQ ਫਾਈਲ ਹੈ ਜਿਹੜੀ ਉਹ ਵੀ ਨਾਲ ਅਪਲੋਡ ਕਰਾਂਗੀ, ਤੁਸੀਂ ਟਰਾਈ ਕਰਿਓ। ਹੋਪਫੁਲੀ ਤੁਹਾਨੂੰ ਉਹ ਸਾਰੇ ਦੇ ਸਾਰੇ MCQ ਸਮਝ ਆਣਗੇ ਔਰ ਤੁਸੀਂ ਉਸ ਨੂੰ ਕਰ ਵੀ ਲਓਗੇ। ਉਹ ਸਾਰੇ ਦੇ ਸਾਰੇ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਕਿਤੇ UPSC ਕਿਸੇ ਸਟੇਟ PCS ਦੇ ਵਿੱਚ ਆਏ ਗਏ ਹੋਏ ਕੁਐਸਚਨ ਨੇ, ਤੁਹਾਨੂੰ ਈਜ਼ੀਲੀ ਸਮਝ ਆਏਗਾ ਕਿ ਇੱਥੋਂ ਕਿੱਦਾਂ ਕੁਐਸਚਨ ਆਉਂਦੇ ਨੇ। ਇੱਕ ਇੱਕ ਵਰਡ ਦਾ ਮਤਲਬ ਤੁਹਾਨੂੰ ਪਤਾ ਹੋਣਾ ਚਾਹੀਦਾ। ਪ੍ਰੀਐਮਬਲ ਤੁਹਾਨੂੰ डिटेल ਦੇ ਵਿੱਚ ਕਹਿ ਲਓ ਜਾਂ ਐਜ਼ ਇਟ ਇਜ਼ ਕ੍ਰੈਮ ਕਰਨਾ ਪਏਗਾ। ਮਾਈਟ ਵੀ ਤੁਹਾਨੂੰ ਰਿਟਨ ਦੇ ਵਿੱਚ ਸਿੱਧਾ ਪ੍ਰੀਐਮਬਲ ਹੀ ਪੁੱਛ ਲੈਣ ਕਿ ਦੱਸੋ ਪ੍ਰੀਐਮਬਲ ਨੂੰ ਰਾਈਟ ਕਰੋ, ਠੀਕ ਹੈ, ਮੀਨਸ ਦੇ ਕੁਐਸਚਨ ਦੇ ਵਿੱਚ। ਤਾਂ ਤੁਹਾਨੂੰ ਪ੍ਰੀਐਮਬਲ ਆਪਣਾ 2-3 ਵਾਰ ਲਿਖ ਕੇ ਤੁਸੀਂ ਉਸ ਦੀ ਪ੍ਰੈਕਟਿਸ ਕਰੋ। ਹਰ ਵਰਡ ਤੁਹਾਨੂੰ ਪੁੱਛ ਲੈਣਗੇ ਇੱਕ ਵਰਡ ਦੇ ਕੇ ਕਿ ਇਹ ਪ੍ਰੀਐਮਬਲ 'ਚ ਹੈਗਾ ਜਾਂ ਨਹੀਂ ਹੈਗਾ, ਮਿਲਦਾ ਜੁਲਦਾ ਕੁਝ ਵਰਡ। ਜੇ ਤੁਸੀਂ ਧਿਆਨ ਨਾਲ ਪ੍ਰੀਐਮਬਲ ਨੂੰ ਨਹੀਂ ਪੜਿਆ ਹੋਏਗਾ, ਪ੍ਰੀਐਮਬਲ ਸਾਰਾ 2-4 ਵਾਰ ਰੀਡ ਨਹੀਂ ਕੀਤਾ ਹੋਏਗਾ, ਤਾਂ ਤੁਸੀਂ ਉੱਥੇ ਕਨਫਿਊਜ਼ ਜਿਹੜਾ ਹੋ ਸਕਦੇ ਹੋ। ਕਲੀਅਰ? ਤਾਂ ਇਹਦੇ ਨਾਲ ਆਪਣਾ ਫਸਟ ਚੈਪਟਰ ਪ੍ਰੀਐਮਬਲ ਹੈ ਜਿਹੜਾ ਉਹ ਕੀ ਹੁੰਦਾ ਜੀ, ਕਵਰ ਹੁੰਦਾ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਚੈਪਟਰ ਵੀ ਇਦਾਂ ਹੀ ਕੀ ਕਰਾਂਗੇ, ਡਿਸਕਸ ਕਰਾਂਗੇ। ਓਕੇ ਜੀ, ਥੈਂਕ ਯੂ।